ਦੁਆਬਾ ਰੇਡੀਓ। ਜੀ ਹਾਂ, ਦੁਆਬਾ ਰੇਡੀਓ। जी दोस्तों, सारे दोस्तों का फिर तो एक बार निੱਘਾ स्वागत है। ब्रेक तो बाद ਤੇ ਗੱਲਬਾਤ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਅਗਲਾ ਸਮਾਂ ਜਿਹੜਾ ਹੈ ਤੁਹਾਡਾ ਮੇਰਾ ਰਾਬਤਾ ਤਕਰੀਬਨ 45 ਮਿੰਟ ਤੋਂ ਲੈ ਕੇ 50 ਮਿੰਟ ਤੱਕ ਜਿਹੜਾ ਬਣਿਆ ਰਹਿਣਾ ਹੈ ਤੇ ਬਾਕੀ ਗੱਲਬਾਤ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੀ ਵੀ ਅੱਜ ਕਰ ਸਕੇ। ਗੱਲ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਈਰਾਨ ਤੇ ਈਰਾਨੀਆਂ ਦੇ ਵਿੱਚੋਂ। ਹਰਪਾਲ ਸਿੰਘ ਪੰਨੂ ਜੀ ਦੀ ਕਲਮ ਹੈ ਤੇ ਇਸ ਕਿਤਾਬ ਦੇ ਵਿੱਚੋਂ ਲੜੀਵਾਰ ਚੈਪਟਰ 13ਵਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਗੋਲਡਾ ਮੀਰ ਤੇ ਇੱਕ ਦੇਸ਼ ਦਾ ਜਨਮ ਕਿਵੇਂ ਹੁੰਦਾ ਹੈ ਤੇ ਸੇਧ ਦਾ ਤਕਲਾ ਕਿਵੇਂ ਗੱਡਿਆ ਜਾਂਦਾ ਹੈ। ਤੇ ਉਹ ਤੁਸੀਂ ਗੱਲਬਾਤ ਸੁਣੋਗੇ ਤਾਂ ਤੁਹਾਨੂੰ ਸਪਸ਼ਟ ਹੋ ਜਾਏਗਾ ਕਿ ਆਖਰਕਾਰ ਇਹ ਕਿਉਂ ਮੈਂ ਕਹਿ ਰਿਹਾ ਕਿ ਸੇਧ ਦਾ ਤਕਲਾ ਕਿਉਂ ਗੱਡਿਆ ਗਿਆ। ਹਰਪਾਲ ਸਿੰਘ ਪੰਨੂ ਜੀ ਦੀ ਕਲਮ ਦੇ ਵਿੱਚੋਂ ਸ਼ੁਰੂਆਤ ਕਰਦੇ ਹਾਂ ਈਰਾਨ ਤੋਂ ਈਰਾਨੀਆਂ 'ਚੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇਜ ਤੇ ਦੁਆਬਾ ਰੇਡੀਓ ਦਾ ਮੰਚ। ਗੋਲਡਾ ਮੀਰ ਅਤੇ ਇੱਕ ਦੇਸ਼ ਦਾ ਜਨਮ। ਵਧੀਕ ਪੰਜਾਬੀ ਪਾਠਕਾਂ ਨੂੰ ਯਹੂਦੀਆਂ ਦੇ ਧਰਮ, ਇਤਿਹਾਸ, ਕਲਚਰ ਤੇ ਸਿਆਸੀ ਸਮੱਸਿਆਵਾਂ ਦਾ ਪਤਾ ਨਹੀਂ। ਉਹਨਾਂ ਨੂੰ ਇਸ ਲਿਖਤ ਦੇ ਰਾਹੀਂ ਥੋੜ੍ਹੀ ਕੁ ਜਾਣਕਾਰੀ ਜ਼ਰੂਰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਮਿਲੇਗੀ। ਇਸ ਲੇਖ ਦਾ ਦੂਜਾ ਮਨੋਰਥ ਇਹ ਹੈ ਕਿ ਰਾਜ ਪ੍ਰਾਪਤੀ ਦੀ ਅਭਿਲਾਖਾ ਹਰੇਕ ਜਿਉਂਦੇ ਜਾਗਦੇ ਸਮਾਜ ਦੇ ਵਿੱਚ ਹੁੰਦੀ ਹੈ। ਸਿੱਖਾਂ ਦੀ ਅਭਿਲਾਖਾ ਜਿਹੜੀ ਹੈ ਰਾਜ ਕਰੇਗਾ ਖਾਲਸਾ ਤਾਂ ਉਹਨਾਂ ਦੀ ਅਰਦਾਸ ਦੇ ਵਿੱਚ ਸ਼ਾਮਲ ਹੈ। ਅੰਧਕਾਰ ਦੇ ਵਿੱਚੋਂ ਕਿਵੇਂ ਬਚ ਨਿਕਲਣਾ ਹੈ ਤੇ ਧੀਰਜ ਦੇ ਨਾਲ ਕਸ਼ਟ ਝੱਲਦਿਆਂ ਲੰਮਾ ਸਮਾਂ ਸੰਘਰਸ਼ ਕਰਨਾ ਹੈ। ਯਹੂਦੀਆਂ ਤੋਂ ਸਿੱਖਣਾ ਹੈ। ਯੂਕਰੇਨ ਅਤੇ ਕੀਵ ਦੇ ਹਾਲਾਤ ਫਲਸਤੀਨ ਤੇ ਇਜ਼ਰਾਈਲ ਵਰਗੇ ਬਣ ਗਏ ਨੇ। ਪੱਛਮੀ ਯੂਕਰੇਨ ਦਾ ਜਿਹੜਾ ਝੁਕਾਅ ਯੂਰਪ ਵੱਲ ਹੈ ਤੇ ਯੂਰਪ ਦੇ ਲੋਕ ਜਿਹੜੇ ਨੇ ਰੂਸ ਪੱਖੀ ਨੇ। ਅਮਰੀਕਾ ਤੇ ਰੂਸ ਇਹਨਾਂ ਇਲਾਕਿਆਂ ਦੇ ਵਿੱਚ ਨਿਰੰਤਰ ਸੈਨਿਕ ਦਖਲ ਜਿਹੜਾ ਦੇ ਰਿਹਾ ਹੈ, ਜਾਣੀ ਕਿ ਫੌਜ ਦਾ ਦਖਲ। ਸਦੀਆਂ ਤੋਂ ਯਹੂਦੀਆਂ ਨੂੰ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ। ਇਸ ਦੇ ਕਾਰਨਾਂ ਦਾ ਪਤਾ ਹੋਣਾ ਵੀ ਜ਼ਰੂਰੀ ਹੈ। ਯਸੂ ਮਸੀਹ ਯਹੂਦੀ ਸੀ। ਉਸਨੇ ਯਰੂਸ਼ਲਮ ਦੇ ਯਹੂਦੀ ਮੰਦਰ ਦੇ ਵਿੱਚ ਕਰਮਕਾਂਡੀ ਜਾਲ ਦੇਖਿਆ ਤੇ ਕਬੂਤਰਾਂ ਦੀ ਬਲੀ ਦੇਣੀ ਪਵਿੱਤਰ ਰਸਮ ਸੀ। ਸੰਦੂਕੜੀਆਂ ਦੇ ਵਿੱਚ ਬੰਦ ਕਬੂਤਰ ਕੱਢ ਕੇ ਗਾਹਕ ਨੂੰ ਵੇਚ ਦਿੱਤਾ ਜਾਂਦਾ। ਗਾਹਕ ਪੁਜਾਰੀ ਨੂੰ ਦੇ ਆਉਂਦਾ। ਪੁਜਾਰੀ ਫਿਰ ਚੜ੍ਹਾਏ ਗਏ ਕਬੂਤਰਾਂ ਨੂੰ ਦੁਕਾਨਦਾਰ ਪਾਸ ਵੇਚ ਦਿੰਦਾ। ਇਹਨਾਂ ਰਸਮਾਂ ਦੇ ਵਿਰੁੱਧ ਉਸਨੇ ਆਵਾਜ਼ ਉਠਾਈ ਤਾਂ ਉਸਨੂੰ ਕਾਫਰ, ਨਿੰਦਕ ਆਦਿਕ ਦੇ ਜਿਹੜੇ ਖਿਤਾਬਾਂ ਦੇ ਕੇ ਜਿਹੜਾ ਸੀ ਕਰਾਸ ਦੇ ਉੱਤੇ ਜਿਹੜਾ ਲਟਕਾ ਦਿੱਤਾ ਗਿਆ। ਅਤੇ ਵੈਸੇ ਟਿੱਪਣੀ ਤਾਂ ਨਹੀਂ ਕਰਨੀ ਚਾਹੀਦੀ, ਪਰ ਸਾਡੇ ਵੀ ਤਾਂ ਇਹੀ ਗੁਰੂ ਘਰਾਂ ਦੇ ਵਿੱਚ, ਮੰਦਰਾਂ ਦੇ ਵਿੱਚ ਇਹੀ ਹੋ ਰਿਹਾ ਹੈ। ਉੱਥੋਂ ਹੀ ਚੀਜ਼ਾਂ ਲੈ ਕੇ ਉੱਥੇ ਚੜ੍ਹਾ ਕੇ ਅਤੇ ਉੱਥੇ ਹੀ ਵਾਪਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਆਖਰੀ ਸਾਹ ਲੈਣ ਵੇਲੇ ਤੱਕ ਉਹ ਯਹੂਦੀ ਸੀ। ਉਸਨੇ ਕੋਈ ਨਵਾਂ ਧਰਮ ਨਹੀਂ ਚਲਾਇਆ। ਨਵਾਂ ਈਸਾਈ ਧਰਮ ਉਸਦੇ ਚੇਲਿਆਂ ਦੀ ਕਾਢ ਹੈ। ਯਹੂਦੀਆਂ ਨੂੰ ਸਾਰੇ ਹੀ ਈਸਾਈ ਜਗਤ ਨੇ ਇਸ ਦੋਸ਼ ਦੇ ਕਾਰਨ ਨਫ਼ਰਤ ਕੀਤੀ ਕਿ ਉਹਨਾਂ ਨੇ ਯਸੂ ਮਸੀਹ ਨੂੰ ਕਤਲ ਕੀਤਾ। ਮੇਰੇ ਉੱਪਰ ਇਹ ਪ੍ਰਭਾਵ ਰਿਹਾ ਕਿ ਇੰਗਲੈਂਡ ਅਤੇ ਅਮਰੀਕਾ ਦੇ ਸਮੇਤ ਸਾਮਰਾਜੀ ਤਾਕਤਾਂ ਨੇ ਸ਼ਰਾਰਤਵਸ ਇਹ ਸੇਧ ਦਾ ਤਕਲਾ ਜਿਹੜਾ ਸੀ ਅਰਬ ਦੇਸ਼ਾਂ ਵਿਚਕਾਰ ਗੱਡ ਦਿੱਤਾ। ਪਰ ਅਧਿਐਨ ਦੇ ਉਪਰੰਤ ਸਿੱਟੇ ਕੁਝ ਹੋਰ ਨਿਕਲਦੇ ਨੇ। ਹਜ਼ਰਤ ਮੁਹੰਮਦ ਸਾਹਿਬ ਨੇ ਜਦੋਂ ਇਸਲਾਮ ਦਾ ਪ੍ਰਕਾਸ਼ ਕੀਤਾ, ਉਦੋਂ ਮੱਕੇ, ਮਦੀਨੇ ਤੇ ਜੈਰੂਸ਼ਲਮ ਦੇ ਮੰਦਰਾਂ ਦੇ ਵਿੱਚ ਕੁਰੈਸ਼ ਕਾਬਜ਼ ਸਨ। ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਇੱਕ ਅੱਲਾ ਉੱਪਰ ਈਮਾਨ ਲਿਆਉਣ ਤੇ ਬੁੱਤ ਪੂਜਾ ਬੰਦ ਕਰਨ ਦਾ ਹੁਕਮ ਦਿੱਤਾ, ਉਦੋਂ ਯਹੂਦੀਆਂ ਨੇ ਮੁਸਲਮਾਨਾਂ ਦੇ ਵਿਰੁੱਧ ਕੁਰੈਸ਼ੀ ਦੀ ਮਦਦ ਕੀਤੀ। ਕੁਰੈਸ਼ਾਂ ਦੀ ਭਾਈਚਾਰਾ ਸੀ ਜਿਹੜਾ, ਉਹਨਾਂ ਦੀ ਮਦਦ ਕੀਤੀ ਅਤੇ ਮੁਸਲਮਾਨਾਂ ਨੇ ਇਹ ਥਾਵਾਂ ਉਹਨਾਂ ਤੋਂ ਪ੍ਰਾਪਤ ਕਰ ਲਈਆਂ, ਜਿਹਾਦ ਕੀਤਾ। ਉਦੋਂ ਤੋਂ ਲੈ ਕੇ ਹੁਣ ਇਜ਼ਰਾਈਲ ਬਣਨ ਤੱਕ ਮੁਸਲਮਾਨਾਂ ਅਤੇ ਯਹੂਦੀਆਂ ਦੀ ਟੱਕਰ ਜਾਰੀ ਹੈ। ਹਿਟਲਰ ਨੇ ਨਵਾਂ ਐਲਾਨ ਇਹ ਕੀਤਾ ਕਿ ਜਰਮਨ ਆਰੀਏ ਹਨ ਅਤੇ ਯਹੂਦੀ ਸਾਮੀ, ਯਾਨੀ ਕਿ ਸੈਮਿਟਿਕ ਨਸਲ ਦੇ ਨੇ। ਆਰੀਆ ਨਸਲ ਸ਼੍ਰੇਸ਼ਟ ਹੈ, ਉੱਚੀ ਜਾਤ ਹੈ। ਇਸ ਦੇ ਮੁਕਾਬਲੇ ਸਾਮੀ ਨਸਲ ਨੂੰ ਜਿਉਣ ਦਾ ਅਧਿਕਾਰ ਨਹੀਂ। ਕਮਿਊਨਿਸਟਾਂ ਨੇ ਇਸ ਕਰਕੇ ਯਹੂਦੀਆਂ ਦਾ ਹਮੇਸ਼ਾ ਤਿਰਸਕਾਰ ਕੀਤਾ ਕਿਉਂਕਿ ਉਹ ਧਰਮੀ ਨੇ, ਆਪਣਾ ਕਲਚਰ ਛੱਡਣ ਦੇ ਲਈ ਤਿਆਰ ਨਹੀਂ।
ਗੋਲਡਾ ਦਾ ਜਨਮ 1898 ਨੂੰ ਰੂਸ ਦੇ ਸ਼ਹਿਰ ਕੀਵ ਦੇ ਵਿੱਚ ਹੁੰਦਾ ਹੈ। ਬਚਪਨ ਦੇ ਵਿੱਚ ਗਰੀਬੀ ਭੋਗੀ, ਘਰ ਦੇ ਵਿੱਚ ਖਾਣ ਦੇ ਲਈ ਰਾਸ਼ਨ ਨਾ ਹੁੰਦਾ, ਨਿੱਘ ਦੇ ਲਈ ਨਾ ਲੋੜੀਂਦੇ ਕੱਪੜੇ ਨਾ ਬਾਲਣ। ਖੁਰਾਕ ਦੀ ਘਾਟ ਕਾਰਨ ਵੱਡੀ ਭੈਣ ਸ਼ਾਇਨਾ ਬੇਹੋਸ਼ ਹੋ ਜਾਂਦੀ। ਨਿੱਕੀ ਭੈਣ ਨੂੰ ਮਾਂ ਰਤਾ ਵੱਧ ਖਾਣਾ ਦੇ ਦਿੰਦੀ ਤਾਂ ਗੋਲਡਾ ਗੁੱਸੇ ਹੋ ਜਾਂਦੀ। ਅਕਸਰ ਰੌਲਾ ਪੈ ਜਾਂਦਾ ਕਿ ਹਮਲਾ ਹੋਏਗਾ ਹੀ ਹੋਏਗਾ। ਯਹੂਦੀ ਗਵਾਂਢੀ ਡਾਂਗਾ ਸੋਟਿਆਂ ਦੇ ਨਾਲ ਪਹਿਰਾ ਦਿੰਦੇ। ਬਚਪਨ ਦੇ ਵਿੱਚ ਹੀ ਪਤਾ ਲੱਗਾ ਕਿ ਯਹੂਦੀ ਵੱਖਰੇ ਲੋਕ ਨੇ, ਤਿਰਸਕਾਰੇ ਲੋਕ, ਪਾਪੀ ਲੋਕ ਜਿਨ੍ਹਾਂ ਨੇ ਯਸੂ ਮਸੀਹ ਦਾ ਕਤਲ ਕੀਤਾ। ਲਾਸ਼ਾਂ ਵਿੱਚ ਜਾਂਦੀਆਂ। ਨਿੱਕੇ ਨਿੱਕੇ ਮਕਾਨਾਂ ਦੀ ਥਾਂ ਰੋੜਾਂ ਦੇ ਉੱਤੇ ਢੇਰ ਬਾਕੀ ਬੱਚੇ ਦਿਸਦੇ। ਤਿਉਹਾਰ ਵਾਲੇ ਦਿਨ ਰਿਸ਼ਤੇਦਾਰ ਪਰਿਵਾਰ ਆਉਂਦੇ, ਗੀਤ ਗਾਉਂਦੇ, ਧਾਰਮਿਕ ਰਸਮਾਂ ਰੀਤਾਂ ਕਰਦੇ। ਮੇਲਾ ਲੱਗ ਜਾਂਦਾ। ਸਾਰੇ ਦੇ ਸਾਰੇ ਘੱਲੂਘਾਰੇ ਦੇ ਵਿੱਚ ਮਾਰੇ ਗਏ। ਗੋਲਡਾ ਨੂੰ ਉਹਨਾਂ ਦੇ ਚਿਹਰੇ ਕਦੀ ਨਹੀਂ ਭੁੱਲੇ। ਅਕਸਰ ਦੇ ਵਿੱਚ ਵਾਕ ਸੁਣਦੀ, ਯਹੂਦੀ ਰੱਬ ਵੱਲੋਂ ਚੁਣੇ ਹੋਏ ਬੰਦੇ ਨੇ, ਉਹ ਸੁਣਦੀ ਸੀ ਗੱਲ। ਅਕਸਰ ਹੀ ਗੋਲਡਾ ਕਿਹਾ ਕਰਦੀ, ਨਹੀਂ ਸਗੋਂ ਸੱਚ ਇਹ ਹੈ ਕਿ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਯਹੂਦੀ ਪਹਿਲੇ ਲੋਕ ਨੇ ਜਿਨ੍ਹਾਂ ਨੇ ਰੱਬ ਨੂੰ ਚੁਣਿਆ ਤੇ ਫਿਰ ਕਦੀ ਨਾ ਛੱਡਿਆ। ਘਰ ਦੇ ਵਿੱਚ 2 ਕੈਲੰਡਰ ਹੁੰਦੇ, ਇੱਕ ਰੂਸੀ, ਦੂਜਾ ਯਹੂਦੀ, ਜਿਸ ਦੇ ਵਿੱਚ 2000 ਸਾਲ ਪਹਿਲਾਂ ਜਦੋਂ ਯਹੂਦੀ ਯਰੂਸ਼ਲਮ ਦੇ ਵਿੱਚੋਂ ਉਜੜੇ ਸਨ ਦੇ ਤਿੱਥ ਤਿਉਹਾਰ ਦਰਜ ਹੁੰਦੇ। ਕੀਵ ਦੇ ਵਿੱਚ ਉਹੀ ਰਸਮਾਂ ਰੀਤਾਂ ਨਿਭਾਉਂਦੇ। ਪਿਤਾ ਫਰਨੀਚਰ ਬਣਾਉਣ ਦਾ ਕੁਸ਼ਲ ਮਿਸਤਰੀ ਸੀ। ਟੈਸਟ ਪਾਸ ਕਰਕੇ ਸਰਕਾਰੀ ਨੌਕਰੀ ਤੇ ਲੱਗ ਗਿਆ ਸੀ, ਪਰ ਯਹੂਦੀ ਹੋਣ ਕਾਰਨ ਜਲਦੀ ਕੱਢ ਦਿੱਤਾ ਗਿਆ। 4 ਪੁੱਤਰਾਂ ਦੀ ਕੁਪੋਸ਼ਣ ਦੇ ਕਾਰਨ ਬਚਪਨ ਦੇ ਵਿੱਚ ਮੌਤ ਹੋ ਗਈ। ਮਾਂ ਨੂੰ ਇੱਕ ਗਵਾਂਢੀ ਧਨੀ ਪਰਿਵਾਰ ਨੇ ਜਿਹੜੀ ਕਿ ਕੰਮ ਕਰਨ ਵਾਲੀ ਆਇਆ ਵਜੋਂ ਨੌਕਰੀ ਦੇ ਦਿੱਤੀ। ਇਸ ਦਾ ਫਾਇਦਾ ਹੋਇਆ, ਕੁਝ ਪੈਸੇ ਮਿਲਣ ਲੱਗ ਪਏ। ਨਾਲੇ ਉਸ ਦਿਆਲੂ ਪਰਿਵਾਰ ਨੇ ਆਪਣੀ ਹਵੇਲੀ ਦੇ ਵਿੱਚੋਂ ਇੱਕ ਵੱਡਾ ਹਵਾਦਾਰ ਰੋਸ਼ਨ ਕਮਰਾ ਰਹਿਣ ਦੇ ਲਈ ਦੇ ਦਿੱਤਾ। ਝੌਂਪੜੀਨੁਮਾ ਕੋਠੜੀ ਦੇ ਵਿੱਚੋਂ ਨਿਕਲ ਕੇ ਰੱਬ ਦਾ ਸ਼ੁਕਰਾਨਾ ਕੀਤਾ। ਗਰੀਬੀ ਤੋਂ ਤੰਗ ਆ ਕੇ ਇੱਕ ਦਿਨ ਪਿਤਾ ਨੇ ਅਮਰੀਕਾ ਦੇ ਵਿੱਚ ਜਾ ਕੇ ਕਿਸਮਤ ਅਜਮਾਉਣ ਦਾ ਫੈਸਲਾ ਲਿਆ। ਨਿੱਕ ਸੁੱਕ ਬੰਨਿਆ ਤੇ ਲੰਮੇ ਸਫ਼ਰ ਦੇ ਉੱਤੇ ਤੁਰ ਗਿਆ। 3 ਧੀਆਂ ਤੇ ਮਾਂ ਆਪਣੇ ਦਾਦਕੇ ਘਰ ਪਿੰਸਕ ਪਿੰਡ ਵਿੱਚ ਚਲੇ ਗਏ। ਬਾਬਾ 13 ਸਾਲ ਦਾ ਸੀ ਜਦੋਂ ਜ਼ਾਰ ਦੇ ਫੌਜੀਆਂ ਨੇ ਫੜ ਕੇ ਜਬਰਨ ਫੌਜ ਦੇ ਵਿੱਚ ਭਰਤੀ ਕਰ ਲਿਆ ਸੀ। ਮਾਮੂਲੀ ਤਨਖਾਹ, ਕੱਪੜੇ ਇੰਨੇ ਘੱਟ ਕਿ ਫੌਜੀ ਠੁਰ ਕਰਦੇ ਰਹਿੰਦੇ। ਉਸ ਨੂੰ ਕਿਹਾ ਜਾਂਦਾ ਕਿ ਈਸਾਈ ਹੋ ਜਾ। ਇਨਕਾਰ ਕਰਨ ਦੇ ਉੱਤੇ ਜੁਰਮਾਨਾ ਹੁੰਦਾ ਹੈ। ਗੋਡਿਆਂ ਭਾਰ ਚਟਾਨ ਦੇ ਉੱਤੇ ਬੈਠੇ ਰਹਿਣ ਦੀ ਸਜ਼ਾ ਮਿਲਦੀ ਹੈ। ਸਾਰੀ ਨੌਕਰੀ ਦੌਰਾਨ ਉਸਨੇ ਉਹ ਖਾਣਾ ਨਹੀਂ ਖਾਧਾ ਜੋ ਯਹੂਦੀ ਤਰੀਕੇ ਦੇ ਨਾਲ ਹਲਾਲ ਕਰਕੇ ਨਾ ਤਿਆਰ ਕੀਤਾ ਹੋਵੇ। ਫਲਸਰੂਪ ਸਾਲਾਂ ਬੱਧੀ ਬ੍ਰੈਡ ਅਤੇ ਕੱਚੀ ਸਬਜ਼ੀ ਖਾਂਦਾ ਰਿਹਾ। 13 ਸਾਲ ਦੀ ਨੌਕਰੀ ਬਾਅਦ ਘਰ ਪਰਤਿਆ ਤਾਂ ਇਹ ਪਛਤਾਵਾ ਕਰੀ ਜਾਂਦਾ ਕਿ ਧਾਰਮਿਕ ਕੁਤਾਹੀਆਂ ਹੋ ਗਈਆਂ ਸਨ। ਪਛਤਾਤਾਪ ਵਜੋਂ ਯਹੂਦੀ ਮੰਦਰ ਦੇ ਠੰਡੇ ਫਰਸ਼ ਦੇ ਉੱਤੇ ਸੌਂ ਜਾਂਦਾ। ਅਧਖੜ ਉਮਰ ਦੇ ਵਿੱਚ ਮੌਤ ਹੋ ਗਈ। ਦਾਦੀ ਸਖਤ ਜਾਨ ਦਲੇਰ ਔਰਤ ਸੀ। ਘਰ ਦੇ ਵਿੱਚ ਉਸੇ ਦਾ ਹੁਕਮ ਚੱਲਦਾ। ਆਪਣੇ ਚਾਹ ਦੇ ਗਲਾਸ ਦੇ ਵਿੱਚ ਮਿੱਠੇ ਦੀ ਥਾਂ ਲੂਣ ਦੀ ਡਲੀ ਪਾਉਂਦੀ ਹੋਈ ਕਿਹਾ ਕਰਦੀ, ਜਦੋਂ ਯਰੂਸ਼ਲਮ ਦੇ ਵਿੱਚੋਂ ਉਜੜੇ ਸਾਂ ਨਾ, ਨਮਕ ਦੇ ਨਾਲ ਲੂਣ ਦੇ ਨਾਲ ਰੋਟੀ ਖਾ ਕੇ ਗੁਜ਼ਾਰਾ ਕੀਤਾ ਸੀ। ਉਜਾੜੇ ਦਾ ਸਵਾਦ ਰੱਬ ਤੱਕ ਪਹੁੰਚਾਵਾਂਗੀ। 94 ਸਾਲ ਬਿਤਾ ਕੇ ਵਿਦਾ ਹੋਈ ਸੀ ਉਹ। ਗੋਲਡਾ ਨੇ ਕਿਹਾ ਸੀ, ਵੱਡੇ ਹੋ ਕੇ ਵਧੇਰੇ ਲੋਕ ਆਪਣੇ ਬਚਪਨ ਵੱਲ ਮੁੜ ਪਰਤਣਾ ਚਾਹੁੰਦੇ ਨੇ। ਮੈਂ ਕਦੀ ਅਜਿਹਾ ਨਹੀਂ ਚਾਹਿਆ ਕਿਉਂਕਿ ਮੇਰਾ ਬਚਪਨ ਉਦਾਸ ਸੀ। ਪਿਤਾ ਦੀ ਮਨਸ਼ਾ ਸੀ ਕਿ 3 ਸਾਲ ਅਮਰੀਕਾ ਦੇ ਵਿੱਚ ਮਿਹਨਤ ਕਰਕੇ ਚੌਖਾ ਧਨ ਕਮਾ ਲਏਗਾ ਤੇ ਕੀਵ ਪਰਤ ਆਵੇਗਾ। ਉਡੀਕ ਦੇ ਵਿੱਚ 3 ਸਾਲ ਬੀਤ ਗਏ। ਭੈਣ ਸ਼ਾਇਨਾ ਗੋਲਡਾ ਤੋਂ 9 ਸਾਲ ਵੱਡੀ ਸੀ। ਦੁਨੀਆ ਭਰ ਦੇ ਵਿੱਚ ਜਿਓਨਿਸਟ ਲਹਿਰ ਜ਼ੋਰ ਫੜ ਰਹੀ ਸੀ। ਇਹ ਯਹੂਦੀਆਂ ਦੇ ਪੁਨਰ ਜਾਗਰਨ ਵਾਲੀ ਲਹਿਰ ਸੀ ਤੇ ਸਮਾਜਵਾਦੀ ਰੁਝਾਨ ਵਾਲੀ ਸੀ। ਸ਼ਾਇਨਾ ਇਸ ਦੀ ਮੈਂਬਰ ਬਣ ਗਈ। ਮਾਂ ਦਾ ਤ੍ਰੈ ਨਿਕਲ ਗਿਆ। ਥਾਣਾ ਨੇੜੇ ਹੀ ਸੀ ਜਿੱਥੋਂ ਬੰਦਿਆਂ ਦੀਆਂ ਦਰਦਨਾਕ ਚੀਕਾਂ ਅਕਸਰ ਸੁਣਾਈ ਦਿੰਦੀਆਂ ਰਹਿੰਦੀਆਂ। ਕਜ਼ਾਕ ਸਿਪਾਹੀਆਂ ਦੇ ਘੋੜਿਆਂ ਦੀਆਂ ਟਾਪਾਂ ਦਹਿਲ ਪਾਉਂਦੀਆਂ। 15 ਸਾਲ ਦੀ ਕੁੜੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਮਾਂ ਸੋਚਦੀ, ਇਸ ਕੁੜੀ ਸਦਕਾ ਅਸੀਂ ਤਾਂ ਰੁਲਾਂਗੇ ਹੀ।
ਅਮਰੀਕਾ ਦੇ ਵਿੱਚ ਪਿਤਾ ਦੇ ਜੀਵਨ ਉੱਪਰ ਵੀ ਅਸਰ ਪੈ ਸਕਦਾ ਹੈ। ਜਿਊਨਿਸਟਾਂ ਦਾ ਵਿਸ਼ਵਾਸ ਸੀ ਕਿ ਆਖਰ ਉਹ ਆਪਣੇ ਪੁਰਖਿਆਂ ਦੇ ਦੇਸ਼ ਪੁੱਜ ਜਾਣਗੇ ਤੇ ਇੱਕ ਦਿਨ ਇਹ ਦੇਸ਼ ਉਹਨਾਂ ਦਾ ਹੋ ਜਾਊ। ਇਸ ਥਾਂ ਦਾ ਨਾਮ ਜ਼ਿਓਨ ਹੈ, ਜੋ ਓਟੋਮਨ ਸਲਤਨਤ ਅੰਪਾਇਰ ਸੀ ਦਾ ਸਭ ਤੋਂ ਪਛੜਿਆ ਹੋਇਆ ਥਾਂ ਸੀ। ਫਲਸਤੀਨ ਹੈ। 1878 ਨੂੰ ਤੋਂ ਵੱਖ-ਵੱਖ ਦੇਸ਼ਾਂ ਦੇ ਯਹੂਦੀ ਇੱਥੇ ਆ ਕੇ ਵਸਣ ਲੱਗ ਪਏ। ਉਹਨਾਂ ਨੇ ਜਿਹੜਾ ਪਹਿਲਾਂ ਯਹੂਦੀ ਪਿੰਡ ਵਸਾਇਆ ਉਸ ਦਾ ਨਾਮ ਰੱਖਿਆ ਸੀ ਉਮੀਦਾਂ ਦਾ ਦਰਵਾਜ਼ਾ। ਹਰਜ਼ਲ ਨੇ 1882 'ਚ, ਪਹਿਲਾਂ ਆਪਾਂ ਜ਼ਿਕਰ ਕੀਤਾ ਹਰਜ਼ਲ ਦਾ, 1882 ਦੇ ਵਿੱਚ ਵਰਲਡ ਜਿਊਨਿਸਟ ਸੰਸਥਾ ਦੀ ਨੀਂਹ ਰੱਖੀ ਗਈ। ਹਰਜ਼ਲ ਇਜ਼ਰਾਈਲ ਦਾ ਪਿਤਾਮਾ ਹੈ। ਜਦੋਂ ਹਰਜ਼ਲ ਦੀ ਮੌਤ ਦੀ ਖਬਰ ਸੁਣੀ, ਅਨੇਕ ਯਹੂਦੀ ਗਲੀਆਂ ਦੇ ਵਿੱਚ ਰੋਂਦੇ ਫਿਰਦੇ ਦਿਸੇ। ਸ਼ਾਇਨਾ ਨੇ ਕਾਲਾ ਲਿਬਾਸ ਪਹਿਨ ਲਿਆ ਤੇ 2 ਸਾਲ ਉਦੋਂ ਤੱਕ ਇਹੀ ਲਿਬਾਸ ਪਹਿਨਿਆ। ਜਦੋਂ ਇਹ ਸਾਰੇ ਮਿਲਵਾਕੀ ਅਮਰੀਕਾ ਪਹੁੰਚ ਗਏ, ਧੀਆਂ ਨੇ ਅਮਰੀਕਾ ਪਿਤਾ ਦੇ ਕੋਲ ਜਾਣਾ ਹੀ ਸੀ, ਪਰ ਮਾਂ ਨੇ ਸ਼ਾਇਨਾ ਨੂੰ ਪੁਲਿਸ ਤੋਂ ਵੀ ਬਚਾਉਣਾ ਸੀ। 2 ਹਫ਼ਤਿਆਂ ਦਾ ਸਮੁੰਦਰੀ ਸਫ਼ਰ ਮੁਕਾ ਕੇ ਮਾਂ ਤੇ ਧੀਆਂ ਮਿਲਵਾਕੀ ਪਹੁੰਚ ਗਈਆਂ। ਗੋਲਡਾ ਜਿਵੇਂ ਕਿਸੇ ਪਰੀਆਂ ਦੇ ਦੇਸ਼ ਦੇ ਵਿੱਚ ਆ ਗਈ ਹੋਵੇ। ਘੰਟਿਆਂ ਬੱਧੀ ਇਮਾਰਤਾਂ, ਟ੍ਰੈਫਿਕ, ਦੁਕਾਨਾਂ ਦੇਖਦੀ ਰਹਿੰਦੀ। ਇੰਨੇ ਸਜੇ ਸਵਰੇ ਲੋਕ ਉਸਨੇ ਪਹਿਲੀ ਵਾਰ ਦੇਖੇ ਸੀ। 2 ਕਮਰਿਆਂ ਦੇ ਵਿੱਚ ਇੱਕ ਰਸੋਈ ਵਾਲਾ ਘਰ ਬਹੁਤਾ ਵੱਡਾ ਨਹੀਂ ਸੀ, ਪਰ ਰੂਸ ਵਿਚਲੀ ਰਿਹਾਇਸ਼ ਮੁਕਾਬਲੇ ਮਹਿਲ ਵਾਂਗ ਲੱਗਣ ਲੱਗਿਆ। ਨਾਲ ਇੱਕ ਦੁਕਾਨ ਸੀ। ਮਾਂ ਨੇ ਪਹਿਲਾਂ ਡੈਰੀ ਦਾ ਕੰਮ ਸ਼ੁਰੂ ਕੀਤਾ, ਫਿਰ ਗਰੋਸਰੀ ਦਾ। ਮਾਂ ਜਦੋਂ ਸਵੇਰੇ ਸਾਰ ਦੁਕਾਨ ਦੇ ਲਈ ਸਮਾਨ ਦੀ ਖਰੀਦਦਾਰੀ ਕਰਨ ਜਾਂਦੀ, ਗੋਲਡਾ ਕਾਊਂਟਰ ਦੇ ਉੱਤੇ ਹੁੰਦੀ। 8 ਸਾਲ ਦੀ ਕੁੜੀ ਦੇ ਲਈ ਇਹ ਕੰਮ ਔਖਾ ਸੀ। ਹਮੇਸ਼ਾ ਸਕੂਲ ਲੇਟ ਪੁੱਜਦੀ, ਝਿੜਕਾਂ ਪੈਂਦੀਆਂ, ਸਕੂਲ ਦੇ ਰਸਤੇ ਰੋਂਦੀ ਜਾਂਦੀ। 50 ਸਾਲ ਬਾਅਦ ਜਦੋਂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੀ ਹੈਸੀਅਤ ਦੇ ਵਿੱਚ ਆਪਣਾ ਸਕੂਲ ਦੇਖਣ ਆਈ ਤਾਂ ਵਿਦਿਆਰਥੀਆਂ ਨੇ ਇਉਂ ਸਵਾਗਤ ਕੀਤਾ ਜਿਵੇਂ ਜਹਾਨ ਦੀ ਮਲਕਾ ਹੋਵੇ। ਗੋਲਡਾ ਰੋ ਪਈ। ਬੱਚਿਆਂ ਨੇ ਪਹਿਲਾਂ ਇਜ਼ਰਾਈਲ ਦਾ ਕੌਮੀ ਤਰਾਨਾ ਗਾਇਆ, ਫਿਰ ਯਿੱਦਿਸ਼ ਗੀਤ ਗਾਏ। ਯਿੱਦਿਸ਼ ਉਹ ਬੋਲੀ ਹੈ ਜਿਹੜੀ ਸੰਸਾਰ ਦੇ ਵਿੱਚ ਹਰੇਕ ਯਹੂਦੀ ਆਪਣੇ ਘਰ ਦੇ ਵਿੱਚ ਬੋਲਦਾ ਹੈ। ਜਿਨ੍ਹਾਂ 2 ਕੁੜੀਆਂ ਨੇ ਵੱਡਾ ਗੁਲਾਬ ਭੇਂਟ ਕੀਤਾ, ਉਹਨਾਂ ਦੇ ਮੱਥਿਆਂ ਉੱਪਰ ਦਾਊਦ ਦਾ ਝੰਡਾ ਬਣਿਆ ਹੋਇਆ ਸੀ, ਜਿਸ ਦੇ ਵਿਚਕਾਰ ਤਾਰਾ ਹੈ, ਸਟਾਰ, ਜਾਣੀ ਕਿ ਜਿਹੜਾ ਤੁਸੀਂ ਦੇਖ ਰਹੇ ਹੋ ਪੋਸਟਰ 'ਤੇ ਵੀ। ਦਾਊਦ ਯਹੂਦੀਆਂ ਦਾ ਉਹ ਪੈਗੰਬਰ ਹੈ ਜਿਸ ਨੇ ਕੀਰਤਨ ਕਰਨ ਵਾਸਤੇ ਬਾਣੀ ਉਤਾਰੀ ਸੀ। ਗੋਲਡਾ ਨੂੰ ਭਾਸ਼ਣ ਦੇਣ ਦੇ ਲਈ ਕਿਹਾ ਗਿਆ। ਉਸਨੇ ਪੜ੍ਹਾਈ ਲਿਖਾਈ ਦੀਆਂ ਗੱਲਾਂ ਨਹੀਂ ਸਿਖਾਈਆਂ। ਕਿਹਾ, ਬੱਚਿਓ, ਕਿਸੇ ਨੇ ਕੀ ਬਣ ਜਾਣਾ ਹੈ, ਕੁਝ ਪਤਾ ਨਹੀਂ ਹੁੰਦਾ। ਇਹ ਸਭ ਨੂੰ ਪਤਾ ਹੁੰਦਾ ਹੈ ਕਿ ਠੀਕ ਹੈ ਕਿ ਗਲਤ ਹੈ। ਨੇਕ ਨੀਅਤ ਦੇ ਨਾਲ ਤੁਰਦੇ ਰਹੋ, ਯਤਨ ਕਰੋ ਆਪਣਾ ਭਲਾ ਕਰਨ ਦੀ ਥਾਂ ਹੋਰ ਕਿਸੇ ਲੋੜਵੰਦ ਦਾ ਭਲਾ ਹੋਵੇ। ਅਜਿਹਾ ਕਰਦਿਆਂ ਤੁਸੀਂ ਠੀਕ ਥਾਂ ਦੇ ਉੱਤੇ ਪੁੱਜੋਗੇ। ਇਹ 1971 ਦਾ ਸਾਲ ਸੀ ਜਦੋਂ ਇਹ ਗੱਲ ਕਹਿੰਦੀ ਹੈ। ਪਿਤਾ ਇੱਕ ਦਿਨ ਬੱਚਿਆਂ ਨੂੰ ਮਜ਼ਦੂਰ ਦਿਵਸ ਦੀ ਪਰੇਡ ਦਿਖਾਉਣ ਵਾਸਤੇ ਲੈ ਗਿਆ। ਚੌੜੀ ਸੜਕ ਦੇ ਉੱਤੇ ਦੋਹੀਂ ਪਾਸੇ ਦਰਸ਼ਕ ਸਨ ਤੇ ਵਿਚਕਾਰ ਦੀ ਲੇਬਰ ਪਰੇਡ ਲੰਘਣੀ ਸੀ। ਪਰੇਡ ਆਈ ਤਾਂ ਨਾਲ ਘੋੜਸਵਾਰ ਸਿਪਾਹੀ ਸਨ। ਸਿਪਾਹੀਆਂ ਨੂੰ ਦੇਖ ਕੇ ਛੋਟੀ ਕੁੜੀ ਸਾਰਾ ਨੇ ਬੈਂਡ ਵਾਜਾ ਸੁਣਨ ਸਾਰ ਹੀ ਚੀਕਾਂ ਮਾਰੀਆਂ। ਕਿਹਾ, ਕਜ਼ਾਕ। ਉਸਨੂੰ ਬਹੁਤ ਸਮਝਾਇਆ ਕਿ ਇਹ ਕਜ਼ਾਕ ਨਹੀਂ ਹੈ, ਅਮਰੀਕਾ ਦੀ ਪੁਲਿਸ ਹੈ ਤੇ ਮਦਦ ਕਰਨ ਵਾਸਤੇ ਹੈ ਸਾਡੀ। ਇਹ ਕਿਵੇਂ ਹੋ ਸਕਦਾ ਹੈ? ਕਜ਼ਾਕ ਮਦਦ ਕਿਵੇਂ ਕਰ ਸਕਦੇ ਨੇ? ਪੋੜਾਂ ਹੇਠ ਕੁਚਲ ਦੇਣਗੇ। ਘਰ ਆ ਗਏ। ਕੁੜੀ ਨੂੰ ਬੁਖਾਰ ਚੜ੍ਹ ਗਿਆ। 15 ਸਾਲਾਂ ਦੀ ਸਕੂਲੀ ਕੁੜੀ। ਗੋਲਡਾ ਨੇ ਸ਼ਾਇਨਾ ਤੇ ਉਸਦੇ ਸਾਥੀਆਂ ਤੋਂ 2 ਨਾਮ ਸੁਣੇ। ਇੱਕ ਅਧੇੜ ਉਮਰ ਦਾ ਗੋਰਡਨ, ਦੂਜੀ ਜਵਾਨ ਕੁੜੀ ਰਸ਼ੇਲ। ਗੋਰਡਨ 50 ਸਾਲ ਦੀ ਉਮਰੇ ਇਜ਼ਰਾਈਲ ਦੇ ਵਿੱਚ ਪਰਿਵਾਰ ਸਣੇ ਆਇਆ ਤੇ ਹੱਥਾਂ ਦੇ ਨਾਲ ਕਹੀ ਕੁਹਾੜੀ ਦੇ ਨਾਲ ਖੇਤੀ ਕਰਨੀ ਸ਼ੁਰੂ ਕੀਤੀ ਉਹਨੇ। ਰਸ਼ੇਲ ਰੂਸ ਤੋਂ ਆਈ ਸੀ। ਹੀਬਰੂ ਬਿਲਕੁਲ ਨਹੀਂ ਆਉਂਦੀ ਸੀ ਉਹਨੂੰ। ਮਹੀਨਿਆਂ ਦੇ ਵਿੱਚ ਸਿੱਖ ਗਈ ਤੇ ਹੀਬਰੂ ਦੇ ਵਿੱਚ ਸ਼ਾਨਦਾਰ ਗੀਤ ਰਚੇ ਉਹਨੇ ਬੋਲੀ ਦੇ ਵਿੱਚ। ਇਹ ਅੱਜ ਇਜ਼ਰਾਈਲ ਦੇ ਸਭ ਤੋਂ ਪਿਆਰੇ ਗੀਤ ਨੇ ਜੋ ਸੰਗੀਤ ਸ਼ਾਸਤਰੀਆਂ ਨੇ ਸੁਰ ਬੰਦ ਕੀਤੇ ਹੈ। ਸੰਪਦਿਕ ਕਾਰਨ 40 ਸਾਲ ਦੀ ਉਮਰ ਦੇ ਵਿੱਚ ਜਿਹੜੀ ਉਹ ਚੱਲ ਵਸੀ। ਗੋਲਡਾ ਦੀਆਂ ਅੱਖਾਂ ਦੇ ਵਿੱਚ ਇਜ਼ਰਾਈਲ ਜਾਣ ਦੀ ਜਿਹੜੀ ਕਲਪਨਾ ਉਤਰਨ ਲੱਗ ਗਈ। ਉਹਨਾਂ ਦਿਨਾਂ ਦੇ ਵਿੱਚ ਰੱਜੇ ਪੁੱਜੇ ਅਮੀਰ ਘਰਾਂ ਦੇ ਬੁੱਧੀਵਾਨ
ਯਹੂਦੀ ਮੁੰਡੇ ਕੁੜੀਆਂ ਦੁਨੀਆ ਦੇ ਵਿੱਚੋਂ ਆਪੋ ਆਪਣੀ ਥਾਂ ਛੱਡ ਕੇ ਇਜ਼ਰਾਈਲ ਜਾ ਰਹੇ ਸਨ। ਉਹ ਚਾਹੁੰਦੇ ਤਾਂ ਪੈਸਿਆਂ ਦੇ ਨਾਲ ਬਾਗ ਖਰੀਦ ਕੇ ਅਰਬਾਂ ਤੋਂ ਮਜ਼ਦੂਰੀ ਕਰਵਾ ਕੇ ਮਾਲਾ ਮਾਲ ਹੁੰਦੇ, ਪਰ ਉਹਨਾਂ ਦਾ ਮਕਸਦ ਧਨੀ ਹੋਣਾ ਹੈ ਹੀ ਨਹੀਂ ਸੀ। ਉਹਨਾਂ ਦੀ ਇੱਕੋ ਇੱਕ ਮੰਜ਼ਿਲ ਆਪਣੇ ਪੁਰਖਿਆਂ ਦੇ ਦੇਸ਼ ਦੇ ਵਿੱਚ ਵਸ ਕੇ ਮਜ਼ਦੂਰੀ ਕਰਨੀ ਸੀ, ਜਿਸ ਨੂੰ ਉਹ ਧਰਮੀ ਕਿਰਤ ਕਹਿੰਦੇ ਸਨ। ਇਹਨਾਂ ਯੋਧਿਆਂ ਦਾ ਵਿਸ਼ਵਾਸ ਸੀ ਕਿ ਧਰਮ ਦੀ ਕਿਰਤ ਰਾਹੀਂ ਉਹ ਗੁਲਾਮੀ ਦੇ ਜੂਲੇ ਤੋਂ ਮੁਕਤ ਹੋਣਗੇ। ਇਹਨਾਂ ਹੀ ਦਿਨਾਂ ਦੇ ਵਿੱਚ ਗੋਲਡਾ ਨੂੰ ਮੋਰਿਸ ਨਾਮ ਦਾ ਇੱਕ ਸ਼ਾਂਤ ਸੁਭਾਅ ਵਾਲਾ ਜਵਾਨ ਮਿਲਿਆ, ਜਿਸ ਨੂੰ ਸਾਹਿਤ, ਸੰਗੀਤ ਤੇ ਫਲਸਫੇ ਦੇ ਵਿੱਚ ਦਿਲਚਸਪੀ ਸੀ। ਇਹ ਵੀ ਉੱਜੜ ਕੇ ਆਇਆ ਗਰੀਬ ਯਹੂਦੀ ਸੀ, ਜਿਹੜਾ 12 ਘੰਟੇ ਕੰਮ ਕਰਦਾ, ਅਕਸਰ ਸ਼ਾਇਨਾਂ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦਾ। ਸ਼ਾਸਤਰੀ ਸੰਗੀਤ ਦੇ ਨਾਲ ਬਾਇਰਨ, ਸ਼ੈਲੀ, ਕੀਟਸ ਤੇ ਉਮਰ ਖਿਆਮ ਦੀਆਂ ਰੁਬਾਈਆਂ ਦੇ ਨਾਲ ਉਸਨੇ ਗੋਲਡਾ ਨੂੰ ਵਾਕਫ ਕਰਵਾਇਆ। ਇਹ ਮੇਲ ਪ੍ਰੇਮ ਦੇ ਵਿੱਚ ਬਦਲ ਗਿਆ ਤੇ ਪਿੱਛੋਂ ਜਾ ਕੇ ਉਹਦੀ ਸ਼ਾਦੀ ਹੋਈ। ਮੋਰਿਸ ਗੋਲਡਾ ਤੋਂ 5 ਸਾਲ ਵੱਡਾ ਸੀ। ਪਹਿਲੀ ਸੰਸਾਰ ਜੰਗ ਛਿੜ ਗਈ। ਯਹੂਦੀ ਜਵਾਨਾਂ ਨੇ ਆਪਣੇ ਝੰਡੇ ਹੇਠ ਫੌਜ ਖੜੀ ਕਰ ਲਈ, ਜਿਸ ਨੇ ਅੰਗਰੇਜ਼ਾਂ ਦੀ ਤਰਫੋਂ ਲੜਨਾ ਸੀ। ਅੰਗਰੇਜ਼ਾਂ ਨੇ ਜਿੱਤਣ ਪਿੱਛੋਂ ਇਹਨਾਂ ਨੂੰ ਇਜ਼ਰਾਈਲ ਦੇਣਾ ਸੀ। ਡਾਕਟਰ ਸ਼ਾਇਨ ਅਤੇ ਸਿਰਕੀਨ, ਦੋ ਵਿਦਵਾਨਾਂ ਵਿਚਕਾਰ ਯਹੂਦੀ ਸਮੱਸਿਆ ਹੱਲ ਕਰਨ ਦੇ ਢੰਗ ਤਰੀਕਿਆਂ ਉੱਪਰ ਵਿਵਾਦ ਹੋ ਗਿਆ ਤੇ ਉਹਨਾਂ ਤੇ ਸੰਵਾਦ ਅਖਬਾਰਾਂ ਦੇ ਵਿੱਚ ਛਪਦੇ। ਆਖਰ ਸਿਰਕੀਨ ਨੇ ਸ਼ਾਇਨ ਨੂੰ ਕਿਹਾ, ਆਪਾਂ ਕੰਮ ਵੰਡ ਲੈਂਦੇ ਹਾਂ। ਮੈਂ ਉਹ ਸਭ ਕੁਝ ਆਪਣੇ ਹਿੱਸੇ ਲਵਾਂਗਾ ਜੋ ਹੈ ਹੀ ਨਹੀਂ। ਤੂੰ ਉਹ ਕੁਝ ਲੈ ਲੈ ਜੋ ਮੌਜੂਦ ਹੈ। ਮਸਲਨ ਹਿਬਰੂ ਭਾਸ਼ਾ ਨਹੀਂ ਹੈ, ਮੈਂ ਹਿਬਰੂ ਵਿਕਸਿਤ ਕਰਾਂਗਾ। ਯਿੱਦਿਸ਼ ਬੋਲੀ ਜਾ ਰਹੀ ਹੈ, ਤੂੰ ਯਿੱਦਿਸ਼ ਦੇ ਵਿਕਾਸ ਦਾ ਜ਼ਿੰਮਾ ਲੈ ਲੈ। ਇਜ਼ਰਾਈਲ ਦੇਸ਼ ਨਹੀਂ ਹੈ, ਮੈਂ ਇਜ਼ਰਾਈਲ ਬਣਾਵਾਂਗਾ। ਸਾਰੇ ਸੰਸਾਰ ਦੇ ਵਿੱਚ ਯਹੂਦੀ ਖਿਲ ਰਹੇ ਹੋਏ ਨੇ। ਤੂੰ ਇਹਨਾਂ ਨੂੰ ਇੱਕ ਚੇਨ ਦੇ ਵਿੱਚ ਪਰੋ ਲੈ। ਜਿਸ ਨੂੰ ਤੂੰ ਆਖਦਾ ਹੈ ਇਹ ਠੋਸ ਹੈ, ਉਹ ਤੇਰਾ। ਜਿਹੜੇ ਤੇਰੇ ਅਨੁਸਾਰ ਖਿਆਲੀ ਪੁਲਾਅ ਹਨ, ਉਹ ਮੇਰੇ ਹੋਏ। ਫਲਸਤੀਨ ਤੇ ਤੁਰਕੀ ਦਾ ਕਬਜ਼ਾ ਸੀ। ਸੰਸਾਰ ਜੰਗ ਦੇ ਵਿੱਚ ਤੁਰਕ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸਨ। ਸੋ ਤੁਰਕਾਂ ਦੀ ਹਾਰ ਦੇ ਵਿੱਚੋਂ ਇਜ਼ਰਾਈਲ ਨਿਕਲ ਆਏਗਾ। ਇਸ ਵਕਤ ਤੱਕ ਵੱਖ-ਵੱਖ ਥਾਵਾਂ ਤੋਂ ਆ ਕੇ ਯਹੂਦੀਆਂ ਨੇ 50 ਪਿੰਡ ਵਸਾ ਲਏ ਸਨ, ਜਿਨ੍ਹਾਂ ਦੇ ਵਿੱਚ ਇੱਕ ਤਲ ਅਵੀਵ ਵੀ ਸੀ। ਵਿਦਵਾਨਾਂ ਨੂੰ ਸੱਦ ਕੇ ਯਹੂਦੀ ਆਪਣੇ ਭੂਤ, ਵਰਤਮਾਨ, ਭਵਿੱਖ ਬਾਰੇ ਜਾਣਨ ਦਾ ਯਤਨ ਕਰਦੇ। ਬੁਲਾਰਿਆਂ ਨੂੰ ਦੇਣ ਦੇ ਲਈ ਕਿਰਾਇਆ ਨਾ ਹੁੰਦਾ। ਹਾਲ ਦਾ ਕਿਰਾਇਆ ਕਿੱਥੋਂ ਦਈਏ? ਫੈਸਲਾ ਹੋਇਆ ਕਿ ਹਰੇਕ ਸਰੋਤਾ ਚੁਆਨੀ ਦਿਆ ਕਰੇਗਾ। ਇੱਕ ਸਰੋਤੇ ਨੇ ਚੁਆਨੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ, ਮੈਂ ਕਿਹੜਾ ਲੈਕਚਰ ਸੁਣਨ ਆਉਣਾ, ਮੈਂ ਤਾਂ ਸਵਾਲ ਪੁੱਛਣ ਆਇਆ ਕਰਦਾ। ਬਹੁਤੀਆਂ ਸਪੀਚਾਂ ਗਿਰਜੇ ਦੇ ਵਿੱਚ ਹੁੰਦੀਆਂ ਸਨ, ਗਿਰਜਾ ਘਰ 'ਚ, ਜਿੱਥੇ ਔਰਤਾਂ ਨੂੰ ਭਾਸ਼ਣ ਕਰਨ ਦੀ ਆਗਿਆ ਨਹੀਂ ਸੀ। ਗੋਲਡਾ ਨੇ ਆਪਣੇ ਪਿਤਾ ਨੂੰ ਕਿਹਾ, ਆਹੂ ਗਲੀ ਦੇ ਵਿੱਚ ਲੋਕ ਮੈਨੂੰ ਸੁਣਨਾ ਚਾਹੁੰਦੇ ਨੇ, ਮੈਂ ਚੱਲੀ ਹਾਂ। ਪਿਤਾ ਗਰਜਿਆ ਕਿ ਕੀ ਕਿਹਾ ਤੂੰ ਭਾਸ਼ਣ ਕਰੇਂਗੀ? ਸਵਾਲ ਨਹੀਂ। ਜਦੋਂ ਬੇਜ਼ਿੱਦ ਰਹੀ ਤਾਂ ਪਿਤਾ ਨੇ ਕਿਹਾ, ਕਰ ਫਿਰ ਭਾਸ਼ਣ, ਤੈਨੂੰ ਵਾਲਾਂ ਤੋਂ ਫੜ ਕੇ ਘਸੀਟਾਂਗਾ। ਉਹ ਭੀੜ ਦੇ ਵਿੱਚ ਜਾ ਰਲੀ ਤੇ ਕਿਹਾ, ਮੇਰਾ ਪਿਤਾ ਬਦਤਮੀਜ਼ੀ ਕਰ ਸਕਦਾ ਹੈ, ਤੁਸੀਂ ਖਿਆਲ ਰੱਖਣਾ ਜਰਾ। ਲੈਕਚਰ ਸਟੈਂਡ ਦੇ ਉੱਤੇ ਚਲੀ ਗਈ। ਸ਼ਾਨਦਾਰ ਭਾਸ਼ਣ ਦਿੱਤਾ। ਜਦੋਂ ਘਰ ਗਈ, ਪਿਤਾ ਸੌਂ ਰਿਹਾ ਸੀ ਤੇ ਮਾਂ ਨੇ ਦੱਸਿਆ, ਤੇਰਾ ਪਾਪਾ ਆਖਦਾ ਸੀ ਬੜੀਆਂ ਸ਼ਾਨਦਾਰ ਗੱਲਾਂ ਕੀਤੀਆਂ ਗੋਲਡਾ ਨੇ। ਪਤਾ ਨਹੀਂ ਇਹ ਖਿਆਲ ਗੋਲਡਾ ਕੋਲ ਕਿੱਥੋਂ ਆਉਂਦੇ ਨੇ। ਯੂਕਰੇਨ ਤੇ ਪੋਲੈਂਡ ਦੇ ਵਿੱਚ ਫੌਜਾਂ ਨੇ ਯਹੂਦੀਆਂ ਦਾ ਨਰਸੰਹਾਰ ਕੀਤਾ ਹੈ। ਵੱਡੀ ਗਿਣਤੀ ਦੇ ਵਿੱਚ ਕਤਲ। ਗੋਲਡਾ ਨੇ ਆਪਣੀ ਰਿਹਾਇਸ਼ ਮਿਲਵਾਕੀ ਦੇ ਵਿੱਚ ਉਹਨਾਂ ਦੀ ਹਮਦਰਦੀ ਦੇ ਲਈ ਜਲੂਸ ਕੱਢਣ ਦਾ ਫੈਸਲਾ ਕੀਤਾ। ਇੱਕ ਧਨਾੜ ਯਹੂਦੀ ਆ ਕੇ ਕਹਿਣ ਲੱਗਿਆ, ਤੂੰ ਮਰਵਾਏਂਗੀ? ਜੇ ਤੂੰ ਜਲੂਸ ਕੱਢਿਆ, ਮੈਂ ਉੱਜੜ ਕੇ ਕਿਧਰੇ ਹੋਰ ਚਲਾ ਜਾਵਾਂਗਾ। ਗੋਲਡਾ ਨੇ ਕਿਹਾ, ਜੇ ਇੱਕ ਦੂਜੇ ਦੇ ਨਾਲ ਹਮਦਰਦੀ ਨਾ ਕੀਤੀ ਫਿਰ ਉੱਜੜਾਂਗੇ। ਮੈਂ ਵਸਾਣਾ ਚਾਹੁੰਦੀ ਹਾਂ। ਭਾਰੀ ਗਿਣਤੀ ਦੇ ਵਿੱਚ ਲੋਕ ਮਾਤਮੀ ਜਲੂਸ ਦੇ ਵਿੱਚ ਸ਼ਾਮਲ ਹੋਏ। ਗੈਰ ਯਹੂਦੀ ਵੀ ਨਾਲ ਤੁਰੇ। ਅਮਰੀਕਾ ਦੀ ਪ੍ਰੈਸ ਨੇ ਪੂਰੀ ਕਵਰੇਜ ਦਿੱਤੀ। ਇਸ ਸਫਲਤਾ ਤੋਂ ਬਾਅਦ ਉਸਨੇ ਫੈਸਲਾ ਲਿਆ ਕਿ ਭਾਸ਼ਣਾਂ ਦੇ ਨਾਲ ਇਜ਼ਰਾਈਲ ਨਹੀਂ ਬਣਨਾ, ਮੈਨੂੰ ਫਲਸਤੀਨ ਜਾ ਕੇ ਕੰਮ ਕਰਨਾ ਪਵੇਗਾ। ਪਤਾ ਹੈ ਮਿੱਤਰ ਪਿਆਰੇ ਨਾਰਾਜ਼ ਹੋਣਗੇ, ਉੱਥੇ ਜੀਵਨ ਕਠਿਨ ਹੋਵੇਗਾ। ਤਾਂ ਕੀ ਹੈ, ਜੇ ਦੇਸ਼ ਚਾਹੀਦਾ ਹੈ ਤਾਂ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪਏਗਾ ਨਾ। ਜਾਣ ਵਾਸਤੇ ਪੈਸੇ ਇਕੱਠੇ ਕਰਨੇ ਨੇ। ਮੋਰਿਸ ਦੇ ਨਾਲ ਵਿਆਹ ਕਰਾਉਣਾ ਹੈ ਤੇ ਉਸ ਨੂੰ ਨਾਲ ਜਾਣ ਵਾਸਤੇ ਮਨਾਉਣਾ ਹੈ।
ਉਸਨੂੰ ਇਜ਼ਰਾਈਲ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਕਿਹਾ ਕਰਦਾ, ਗਲੋਬ ਦੇ ਸੈਂਕੜੇ ਦੇਸ਼ਾਂ ਦੇ ਵਿੱਚ ਇੱਕ ਦੇਸ਼ ਹੋਰ ਜੰਮ ਪਿਆ ਤਾਂ ਕੀ ਫਰਕ ਪੈਣਾ ਹੈ। ਨਵੇਂ ਦੇਸ਼ ਦੇ ਵਿੱਚ ਵੀ ਉਹੀ ਕਾਨੂੰਨ, ਉਹੀ ਸਜ਼ਾਵਾਂ। ਗੋਲਡਾ 17 ਸਾਲ ਦੀ ਸੀ। ਵਿਆਹ ਵਾਸਤੇ ਵੀ 1 ਸਾਲ ਹੋਰ ਉਡੀਕਣਾ ਹੈ। ਵਿਆਹ ਤੋਂ ਪਹਿਲਾਂ ਮੋਰਿਸ ਨੂੰ ਆਪਣਾ ਫੈਸਲਾ ਦੱਸਣਾ ਹੈ। ਜੇ ਮੋਰਿਸ ਨਾ ਮੰਨਿਆ ਫਿਰ? ਜੇ ਮੋਰਿਸ ਅਤੇ ਫਲਸਤੀਨ ਦੇ ਵਿੱਚੋਂ ਇੱਕ ਚੁਣਨਾ ਪਿਆ ਤਾਂ ਫਲਸਤੀਨ ਚੁਣੇਗੀ। ਉਸਦੇ ਫੈਸਲੇ ਤੋਂ ਮੋਰਿਸ ਬੇਚੈਨ ਹੋ ਉੱਠਿਆ। ਕਿਹਾ, ਤੈਨੂੰ ਪਤਾ ਹੈ ਤੂੰ ਕੀ ਕਰਨ ਲੱਗੀ ਹੈ? ਬਰਤਾਨੀਆ ਸਰਕਾਰ ਦਾ ਐਲਾਨ ਆਇਆ, ਜੇ ਤੁਰਕੀ ਨੂੰ ਹਰਾ ਦਿੱਤਾ ਤਾਂ ਅਸੀਂ ਯਹੂਦੀਆਂ ਦੇ ਅਮਨਪੂਰਵਕ ਵਸੇਵੇਂ ਵਾਸਤੇ ਕਦਮ ਪੁੱਟਾਂਗੇ। ਇਸ ਬਿਆਨ ਨੂੰ ਮੋਰਿਸ ਨੂੰ ਹੌਸਲਾ ਦਿੱਤਾ। ਫਲਸਤੀਨ ਦੇ ਵਿੱਚੋਂ ਤੁਰਕ ਨਿਕਲ ਗਏ ਤਾਂ ਇਜ਼ਰਾਈਲ ਦਾ ਸੁਪਨਾ ਸਾਕਾਰ ਹੋਏਗਾ। ਯਹੂਦੀਆਂ ਦਾ ਉੱਥੋਂ ਉਜਾੜਾ ਰੁਕੇਗਾ, ਸਗੋਂ ਦੁਨੀਆ ਦੇ ਯਹੂਦੀਆਂ ਦੀ ਇੱਧਰ ਨੂੰ ਰਵਾਨਗੀ ਸ਼ੁਰੂ ਹੋਏਗੀ। ਪਹਿਲੀ ਸੰਸਾਰ ਜੰਗ ਛਿੜ ਚੁੱਕੀ ਸੀ। ਤੁਰਕ ਤੇ ਬਰਤਾਨੀਆ ਆਮੋ ਸਾਹਮਣੇ ਸਨ। ਆਖਰ ਮੋਰਿਸ ਮੰਨ ਗਿਆ। 24 ਦਸੰਬਰ 1917 ਨੂੰ ਵਿਆਹ ਹੋ ਗਿਆ ਤੇ ਫਲਸਤੀਨ ਜਾਣ ਦੀਆਂ ਵਿਉਂਤਾਂ ਬਣਨ ਲੱਗ ਗਈਆਂ। ਪਾਰਟੀ ਵੱਲੋਂ ਗੋਲਡਾ ਨੂੰ ਫੰਡ ਇਕੱਠਾ ਕਰਨ ਦਾ ਹੁਕਮ ਹੋਇਆ। ਨਵਾਂ ਵਿਆਹ, ਮਾਪੇ ਖਫਾ ਹੋਏ, ਪਰ ਉਹ ਚਲੀ ਗਈ ਤੇ ਕਈ ਹਫ਼ਤਿਆਂ ਬਾਅਦ ਪਰਤੀ। ਉਸਨੂੰ $15 ਹਫ਼ਤੇ ਦੀ ਤਨਖਾਹ ਮਿਲਦੀ ਸੀ, ਜਿਸ ਦੇ ਨਾਲ ਕੇਵਲ ਰੋਟੀ ਖਾਧੀ ਜਾ ਸਕੇ। ਹੋਟਲ ਦੇ ਵਿੱਚ ਨਹੀਂ, ਪਾਰਟੀ ਵਰਕਰਾਂ ਦੇ ਘਰ ਰਹਿਣਾ ਹੁੰਦਾ। 1920 ਦੀਆਂ ਸਰਦੀਆਂ 'ਚ ਫਲਸਤੀਨ ਜਾਣ ਦਾ ਫੈਸਲਾ ਹੋ ਗਿਆ। ਉੱਥੇ ਤੰਬੂ ਦੇ ਵਿੱਚ ਰਹਿਣਾ ਪਵੇਗਾ। ਇਸ ਦੇ ਲਈ ਸਾਰਾ ਫਰਨੀਚਰ ਵੇਚ ਦਿੱਤਾ। ਉਹਨਾਂ ਨੂੰ ਲੱਗਦਾ ਸੀ ਕਿ ਮਾਰੂਥਲ ਦੇ ਵਿੱਚ ਗਰੀਬੀ ਜਿਹੜੀ ਹੈ ਗਰਮੀ ਹੋਵੇਗੀ, ਸੋ ਗਰਮ ਕੱਪੜੇ ਵੇਚ ਦਿੱਤੇ ਗਏ। ਭੁੰਜੇ ਸੌਣ ਦੇ ਲਈ ਦਰੀ ਲੈ ਲਈ ਤੇ ਇੱਕ ਗ੍ਰਾਮੋਫੋਨ ਦੀ ਮਸ਼ੀਨ ਜਿਹੜੀ ਹੱਥ ਦੇ ਨਾਲ ਚਾਬੀ ਭਰ ਕੇ ਚਲਾਈ ਜਾਂਦੀ। ਇਹ ਬਿਨਾਂ ਬਿਜਲੀ ਤੋਂ ਤੰਬੂ ਦੇ ਵਿੱਚ ਚੱਲੇਗੀ। ਵੱਡੀ ਭੈਣ ਸ਼ਾਇਨਾ ਆਪਣੇ 2 ਬੱਚੇ ਸਣੇ ਤਿਆਰ ਹੋ ਗਈ। ਉਹਨਾਂ ਨੂੰ ਬੜਾ ਸਮਝਾਇਆ ਕਿ ਹਾਲੇ ਰੁਕ ਜਾਓ, ਬੱਚੇ ਸੰਭਲ ਜਾਣ, ਪਰ ਨਹੀਂ ਮੰਨੇ। ਪਤਾ ਸੀ ਅਰਬਾਂ ਦੇ ਭੜਕਾਏ ਪੇਂਡੂ ਯਹੂਦੀਆਂ ਤੇ ਨਿਰੰਤਰ ਹਮਲੇ ਕਰ ਰਹੇ ਸਨ, ਤਾਂ ਵੀ ਜਾਣ ਦਾ ਫੈਸਲਾ ਹੋ ਗਿਆ। ਮਾਪਿਆਂ ਦੇ ਕੋਲੋਂ ਜਦੋਂ ਵਿਦਾਇਗੀ ਲਈ ਸਖਤ ਦਿਲ ਪਿਤਾ ਦਾ ਰੋਣ ਨਹੀਂ ਥੰਮਿਆ। 2 ਧੀਆਂ ਹਮੇਸ਼ਾ ਦੇ ਲਈ ਅਮਰੀਕਾ ਛੱਡ ਰਹੀਆਂ ਸਨ। ਵਿਸ਼ਾਲ ਮਾਰੂਥਲ, ਅਜਨਬੀ ਲੋਕ, ਅਜਨਬੀ ਜ਼ਬਾਨ ਦਾ ਸਾਹਮਣਾ ਕਰਨਾ ਪਵੇਗਾ। ਇਹ ਮਹੀਨੇ ਦੀ ਮੁਸ਼ਕਲ ਯਾਤਰਾ ਕਰਦਿਆਂ ਸਮੁੰਦਰ ਜਹਾਜ਼ ਦੇ ਰਾਹੀਂ ਮੰਜ਼ਲ ਦੇ ਉੱਤੇ ਪੁੱਜੇ। ਇਹ ਨਿੱਕਾ ਜਿਹਾ ਪਿੰਡ ਤਲ ਅਵੀਵ ਸੀ, ਜਿਹੜਾ 1909 ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਆ ਕੇ 60 ਯਹੂਦੀਆਂ ਨੇ ਵਸਾਇਆ ਸੀ। ਕੌਣ ਜਾਣਦਾ ਸੀ ਅੱਧੀ ਸਦੀ ਬਾਅਦ ਇਸ ਦੀ ਆਬਾਦੀ 4 ਲੱਖ ਹੋ ਜਾਏਗੀ ਤੇ ਮਹਾਨਗਰ 1948 ਦੇ ਵਿੱਚ ਇਜ਼ਰਾਈਲ ਦੀ ਪਹਿਲੀ ਆਰਜੀ ਰਾਜਧਾਨੀ ਹੋਏਗਾ। ਤੁਰਕ ਹਾਰ ਗਏ, ਪਰ ਬਰਤਾਨੀਆ ਨੇ ਇਜ਼ਰਾਈਲ ਦੇਣ ਦਾ ਵਾਅਦਾ ਵਫਾ ਨਾ ਕੀਤਾ। ਲੇਖਕ, ਵਿਦਵਾਨ, ਡਾਕਟਰ, ਕਵੀ, ਸੰਗੀਤਕਾਰ, ਵਪਾਰੀ ਤੇ ਮਜ਼ਦੂਰ ਯਹੂਦੀ ਵਿਦੇਸ਼ਾਂ ਤੋਂ ਆ ਕੇ ਇੱਥੇ ਵਸਣ ਲੱਗ ਗਏ। ਪਹਿਲਾਂ ਤੰਬੂਆਂ ਦੇ ਵਿੱਚ ਰਹਿੰਦੇ, ਹੌਲੀ-ਹੌਲੀ ਮਕਾਨ ਬਣਾ ਲੈਂਦੇ। ਕੌਫੀ ਹਾਊਸ ਬਣ ਗਏ, ਜਿੱਥੇ ਗੰਭੀਰ ਸਿਆਸੀ ਵਿਚਾਰ ਵਟਾਂਦਰੇ ਹੁੰਦੇ। ਇੱਕ ਨਿੱਕਾ ਜਿਹਾ ਰੇਲਵੇ ਸਟੇਸ਼ਨ ਬਣ ਗਿਆ। ਤੁਰਨ ਤੋਂ ਪਹਿਲਾਂ ਗੋਲਡਾ ਨੇ ਆਪਣੇ ਉਹਨਾਂ ਦੋਸਤਾਂ ਨੂੰ ਖੱਤ ਲਿਖੇ ਜਿਹੜੇ 2 ਸਾਲ ਪਹਿਲਾਂ ਤਲ ਅਵੀਵ ਵਸ ਗਏ ਸਨ। ਰੇਲਵੇ ਸਟੇਸ਼ਨ ਦੇ ਉੱਪਰ ਕੋਈ ਲੈਣ ਨਾ ਆਇਆ। ਬਾਅਦ ਦੇ ਵਿੱਚ ਪਤਾ ਲੱਗਾ ਇੱਥੋਂ ਦੀਆਂ ਔਕੜਾਂ ਨਾ ਝੱਲ ਸਕਣ ਦੇ ਕਾਰਨ ਵਾਪਸ ਆਪੋ ਆਪਣੇ ਦੇਸ਼ਾਂ ਨੂੰ ਪਰਤੇ ਗਏ ਸਨ। ਬਾਰਾਸ਼ ਨਾਮ ਦਾ ਇੱਕ ਬੰਦਾ ਬੱਗੀ ਲੈ ਕੇ ਉਹਨਾਂ ਨੂੰ ਲੈਣ ਆ ਗਿਆ। ਇਹ ਹੋਟਲ ਦਾ ਮਾਲਕ ਸੀ। ਸਟੇਸ਼ਨ ਤੋਂ ਹੋਟਲ ਤੱਕ ਰਸਤੇ ਦੇ ਵਿੱਚ ਇੱਕ ਬੂਟਾ ਖਲੋਤਾ ਦਿਸਿਆ। ਕੇਵਲ ਇੱਕ ਹੀ, ਚਲੋ ਮਾਰੂਥਲ ਆਬਾਦ ਹੋਣ ਦੀ ਨਿਸ਼ਾਨੀ ਤਾਂ ਮਿਲ ਗਈ। ਇਹ ਵਾਕ ਲਿਖਦਿਆਂ ਮੈਨੂੰ ਟੈਗੋਰ ਦੀ ਪੰਕਤੀ ਯਾਦ ਆਈ ਹੈ। ਕਹਿੰਦੇ ਨੇ ਕਿ ਮਾਰੂਥਲ ਨੇ ਘਾਹ ਦੀ ਪੱਤੀ ਅੱਗੇ ਪ੍ਰੇਮ ਦਾ ਪ੍ਰਗਟਾਵਾ ਕੀਤਾ। ਘਾਹ ਦੀ ਪੱਤੀ ਨੇ ਨਾਹ ਦੇ ਵਿੱਚ ਸਿਰ ਹਿਲਾਇਆ ਤੇ ਦੌੜ ਗਈ। ਲੱਖ ਸਾਲ ਤੋਂ ਘਾਹ ਪੱਤੀ ਦੇ ਵਿਜੋਗ ਦੀ ਅੱਗ ਦੇ ਵਿੱਚ ਮਾਰੂਥਲ ਜਲ ਰਿਹਾ ਹੈ। ਸ਼ਾਇਨਾ ਬਾਜ਼ਾਰ ਦੇ ਵਿੱਚ ਬੱਚਿਆਂ ਦੇ ਲਈ ਫਰੂਟ ਲੈਣ ਗਈ। ਜਲਦੀ ਪਰਤ ਆਈ। ਦੱਸਿਆ ਫਲਾਂ ਦੇ ਉੱਪਰ ਮੱਖੀਆਂ ਦੀ ਭਰਮਾਰ ਦੇਖੀ। ਢੱਕਦੇ ਨਹੀਂ ਨੇ, ਨਾ ਲਿਜਾਣ ਵਾਸਤੇ ਲਿਫਾਫੇ ਨੇ। ਮਈ ਦੇ ਵਿੱਚ ਇੰਨੀ ਗਰਮੀ ਕਿ ਧੁੱਪੇ ਤੁਰਿਆ ਨਹੀਂ ਜਾਂਦਾ। ਪੈਸੇ ਮੁੱਕਦੇ ਜਾ ਰਹੇ ਨੇ। ਅਮਰੀਕਾ ਤੋਂ ਆਏ ਸਨ, ਪਰ ਬਚਤਾਂ ਬਹੁਤੀਆਂ ਨਹੀਂ ਸਨ। ਇੱਕ ਮੂਲ ਵਾਸੀ ਔਰਤ ਆਈ, ਗੋਲਡਾ ਨੂੰ ਜੱਫੀ ਪਾ ਲਈ। ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਭਰ ਕੇ ਕਹਿਣ ਲੱਗੀ, ਸ਼ੁਕਰ ਹੈ ਲੱਖਪਤੀ ਅਮਰੀਕਨ ਆਉਣ ਲੱਗ ਗਏ ਨੇ, ਹੁਣ ਸਾਡੇ ਦੁੱਖ ਵੀ ਕੱਟੇ ਜਾਣਗੇ। ਵਾਕ ਸੁਣ ਕੇ ਗੋਲਡਾ ਦੀਆਂ ਅੱਖਾਂ ਭਰ ਆਈਆਂ। ਲੰਮੀ ਤਲਾਸ਼ ਬਾਅਦ 2 ਕਮਰਿਆਂ ਵਾਲਾ ਇੱਕ ਫਲੈਟ ਮਿਲ ਗਿਆ। ਰਸੋਈ ਸੀ, ਪਰ ਗੁਸਲਖਾਨੇ 40
ਹੋਰ ਮੈਂਬਰਾਂ ਦੇ ਨਾਲ ਵਿਹੜੇ ਦੇ ਵਿੱਚ ਸਾਂਝੇ ਸਨ। ਮੋਰਿਸ ਨੂੰ ਲਾਇਬ੍ਰੇਰੀ ਦੇ ਵਿੱਚ ਨੌਕਰੀ ਮਿਲ ਗਈ। ਗੋਲਡਾ ਸ਼ਾਮੀ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਲੱਗ ਗਈ। 9ਵੀਂ 10ਵੀਂ ਦੇ ਸਕੂਲ ਦੇ ਵਿੱਚ ਨੌਕਰੀ ਮਿਲਦੀ ਸੀ ਪਰ ਨਹੀਂ ਲਈ, ਕਿਉਂਕਿ ਸਾਂਝੇ ਫਾਰਮ ਹਾਊਸ ਦੀ ਤਲਾਸ਼ ਸੀ ਜਿੱਥੇ ਖੇਤੀ ਕਰਨ ਦੇ ਲਈ ਸਮਾਂ ਚਾਹੀਦਾ ਸੀ। ਜੀਜੇ ਸ਼ਮਈ ਨੂੰ ਆ ਜਾਣ ਦੇ ਲਈ ਖੱਤ ਦੇ ਵਿੱਚ ਲਿਖਿਆ, ਤੇਰੇ ਇੱਕ ਬੇਟੇ ਦੀਆਂ ਅੱਖਾਂ ਦੁਖਣ ਲੱਗ ਗਈਆਂ, ਦੂਜੇ ਨੂੰ ਚਮੜੀ ਦੀ ਐਲਰਜੀ ਹੋ ਗਈ। ਜੇ ਤੂੰ ਆ ਜਾਵੇਂ, ਜ਼ਰੂਰੀ ਨਹੀਂ ਜਲਦੀ ਨੌਕਰੀ ਮਿਲ ਜਾਵੇ। ਜੀਵਨ ਬਹੁਤ ਸਖਤ ਹੈ ਪਰ ਤਾਂ ਵੀ ਇੱਕ ਥਾਂ ਹੈ ਜਿੱਥੇ ਕੇਵਲ ਯਹੂਦੀ ਰਹਿ ਰਹੇ ਨੇ। ਉਹਨਾਂ ਦਾ ਸਾਂਝਾ ਇਤਿਹਾਸ ਹੈ ਤੇ ਹੁਣ ਉਹ ਵਰਤਮਾਨ ਦੇ ਵਿੱਚ ਆਜ਼ਾਦੀ ਦਾ ਸਾਹ ਲੈ ਰਹੇ ਨੇ। 7ਵੇਂ ਦਿਨ ਜਦੋਂ ਗਿਰਜੇ ਜਾਂਦੀ ਹਾਂ, ਅਨੇਕ ਮਰਦਾਂ ਔਰਤਾਂ ਨੂੰ ਹੱਥਾਂ ਦੇ ਵਿੱਚ ਫੁੱਲ ਦੇ ਲਈ ਉੱਧਰ ਜਾਂਦੇ ਦੇਖਦੀ ਹਾਂ। ਵੱਖ-ਵੱਖ ਬੋਲੀਆਂ ਬੋਲਦੇ ਨੇ, ਵੱਖ-ਵੱਖ ਕਲਚਰ ਨੇ, ਤਾਂ ਵੀ ਇੱਕ ਸਾਂਝ ਹੈ ਜਿਸ ਸਦਕਾ ਮੈਨੂੰ ਉਹ ਆਪਣੇ ਭੈਣ ਭਰਾ ਲੱਗਦੇ ਨੇ। ਮੈਂ ਜੋ ਚਾਹਿਆ ਸੋ ਹਾਸਲ ਕੀਤਾ। ਇੱਕ ਸਾਂਝੇ ਫਾਰਮ ਉੱਪਰ ਖੇਤੀ ਕਰਨ ਵਾਸਤੇ ਅਰਜ਼ੀ ਪਾਈ ਹੋਈ ਸੀ। ਸੱਦਾ ਆ ਗਿਆ ਕਿ ਆਓ, ਪਰ ਕੁਝ ਦਿਨ ਦੇਖਾਂਗੇ ਤੁਸੀਂ ਜਿਸਮਾਨੀ ਕੰਮ ਕਰ ਵੀ ਸਕਦੇ ਹੋ ਕਿ ਨਹੀਂ। ਗੋਲਡਾ ਦਾ ਅੰਗਰੇਜ਼ੀ ਪੜ੍ਹਾਉਣ ਦਾ ਕੰਮ ਵੀ ਵਿਗੜੀ ਕੁੜੀ ਵਜੋਂ ਸਮਝਿਆ ਗਿਆ, ਜੋ ਅਮਰੀਕਨ ਕਲਚਰ ਯਹੂਦੀਆਂ ਨੂੰ ਸਿਖਾਉਂਦੀ ਰਹੀ ਹੈ। ਖੈਰ, ਇਮਤਿਹਾਨ ਦੇ ਵਿੱਚ ਖਰੇ ਉਤਰੇ ਤੇ ਸਾਂਝੇ ਪਰਿਵਾਰ ਦੇ ਮੈਂਬਰ ਬਣ ਕੇ ਖੇਤੀ ਕਰਨ ਲੱਗ ਗਏ। 2 ਚਟਾਨਾਂ ਦੇ ਵਿਚਕਾਰ ਜਿੱਥੇ ਮਿੱਟੀ ਹੁੰਦੀ, ਫਲਦਾਰ ਬੂਟਾ ਗੱਡ ਦਿੰਦੇ, ਪਾਣੀ ਦਿੰਦੇ। ਇੰਨਾ ਸਖਤ ਕੰਮ ਕਿ ਸ਼ਾਮ ਨੂੰ ਖਾਣਾ ਖਾਣ ਵੇਲੇ ਉਂਗਲਾਂ ਜਵਾਬ ਦੇ ਦਿੰਦੀਆਂ। ਬੂਟਾ ਲਾ ਕੇ ਸੋਚਦੇ ਇਹ ਬਚ ਜਾਏਗਾ, ਵਧੇ ਫੁੱਲੇਗਾ। ਬੂਟੇ ਬਚ ਗਏ, ਗੋਲਡਾ ਬਚ ਗਈ। ਅੱਜ ਉੱਥੇ ਸ਼ਾਨਦਾਰ ਬਾਗ ਲਹਿਰਾ ਰਹੇ ਨੇ। ਸਾਂਝੇ ਖੇਤ ਦੇ ਵਿੱਚ ਔਰਤਾਂ ਸੌਖਾ ਕੰਮ ਨਹੀਂ ਚਾਹੁੰਦੀਆਂ ਸਨ। ਉਹ ਕਹੀ ਕੁਹਾੜੀ ਚਲਾਉਂਦੀਆਂ, ਹਲ ਵਾਉਂਦੀਆਂ, ਸੜਕਾਂ ਤੇ ਮਕਾਨ ਉਸਾਰੀ ਦੇ ਕੰਮ ਬਰਾਬਰ ਕਰਦੀਆਂ। ਬਰਾਬਰ ਦੇ ਹੱਕ ਅਤੇ ਸਨਮਾਨ ਉਦੋਂ ਮਿਲਣਗੇ ਜਦੋਂ ਬਰਾਬਰ ਦੀ ਜ਼ਿੰਮੇਵਾਰੀ ਨਿਭਾਉਣਗੀਆਂ। ਗਰਮੀਆਂ ਦੇ ਵਿੱਚ ਮੱਖੀਆਂ, ਮੱਛਰ ਤੇ ਟਿੱਡੇ ਬੱਦਲਾਂ ਵਾਂਗ ਆਉਂਦੇ। ਸਾਰਾ ਜਿਸਮ ਮੋਟੇ ਕੱਪੜੇ ਹੇਠ ਢੱਕਣਾ ਜ਼ਰੂਰੀ ਹੁੰਦਾ ਸੀ। ਹੱਥ ਪੈਰ ਮੂੰਹ ਉੱਤੇ ਵੈਸਲੀਨ ਲਾ ਕੇ ਰੱਖਦੇ। ਮਲੇਰੀਆ, ਟਾਈਫਾਈਡ ਆਮ ਸੀ, ਫੋੜੇ, ਫਿੰਸੀਆਂ ਆਮ। ਸਵੇਰੇ 4 ਵਜੇ ਕੰਮ ਤੇ ਲੱਗ ਜਾਂਦੇ ਤੇ ਤਾਂ ਕਿ ਸੂਰਜ ਦੇ ਕਹਿਰ ਤੋਂ ਬਚ ਸਕਣ। ਸਰਦੀਆਂ ਦੇ ਵਿੱਚ ਬਾਰਿਸ਼ਾਂ ਕਾਰਨ ਚਾਰੇ ਪਾਸੇ ਦਲ-ਦਲ ਹੋ ਜਾਂਦੀ। ਸਖਤ ਕੰਮ ਕਰਨ ਦੇ ਕਾਰਨ ਗੋਲਡਾ ਦੇ ਹੱਥ ਸਖਤ ਹੋ ਗਏ। ਇੱਕ ਕੰਮ ਆਪਣੇ ਮਾਪਿਆਂ ਨੂੰ ਮਿਲਣ ਵਾਸਤੇ ਤਿਆਰ ਹੋਇਆ। ਗੋਲਡਾ ਨੇ ਹੱਥ ਮਿਲਾ ਕੇ ਵਿਦਾਇਗੀ ਦਿੱਤੀ ਤਾਂ ਬੋਲਿਆ, ਅਮਰੀਕਾ ਦੇ ਵਿੱਚ ਤੇਰੇ ਨਾਲ ਹੱਥ ਮਿਲਾ ਕੇ ਖੁਸ਼ੀ ਮਿਲਦੀ, ਹੁਣ ਹੱਥ ਮਿਲਾ ਕੇ ਮਾਣ ਹੁੰਦਾ ਹੈ। ਯਰੂਸ਼ਲਮ ਵਿਚਲਾ ਸੁਲੇਮਾਨ ਦਾ ਮੰਦਰ 587 ਪੂਰਵ ਈਸਵੀ ਦੇ ਵਿੱਚ ਪਹਿਲਾਂ ਬੇਬੀਲੋਨੀਅਨ ਨੇ ਢਾਹ ਦਿੱਤਾ ਸੀ। ਯਹੂਦੀਆਂ ਦੇ ਬਾਦਸ਼ਾਹ ਹੈਰੋਦ ਨੇ ਪਹਿਲੀ ਈਸਵੀ ਸਦੀ ਦੇ ਵਿੱਚ ਮੁੜ ਉਸਾਰ ਦਿੱਤਾ। ਇਸ ਨੂੰ 70 ਈਸਵੀ ਦੇ ਵਿੱਚ ਰੋਮਨਾਂ ਨੇ ਢਾਹ ਦਿੱਤਾ। ਇੱਕ ਕੰਧ ਬਚੀ ਸੀ ਕੇਵਲ। ਵੱਡੇ ਛੋਟੇ ਯਹੂਦੀ ਮਰਦ, ਔਰਤਾਂ, ਬੱਚੇ ਆਪੋ ਆਪਣੇ ਦੁੱਖਾਂ ਤੋਂ ਛੁਟਕਾਰੇ ਦੀਆਂ ਅਰਜ਼ੀਆਂ ਕੰਧ ਦੀਆਂ ਤਰੇੜਾਂ ਦੇ ਵਿੱਚ ਰੱਖ ਕੇ ਪ੍ਰਾਰਥਨਾ ਕਰਦੇ, ਹੇ ਪਿਤਾ, ਕਿਸੇ ਦਿਨ ਪੂਰਾ ਮੰਦਰ ਬਣਾ ਦੇਵਾਂਗੇ। ਕਦੀ ਕਦਾਈ ਇਸ ਕੰਧ ਦੇ ਉੱਤੇ ਵੀ ਮੁਸਲਮਾਨਾਂ ਦਾ ਕਬਜ਼ਾ ਹੋ ਜਾਂਦਾ ਹੈ। ਤਦ ਯਹੂਦੀਆਂ ਨੂੰ ਉੱਧਰ ਜਾਣ ਦੀ ਮਨਾਹੀ ਹੁੰਦੀ। 1948 ਤੋਂ 1967 ਤੱਕ ਮੁਸਲਮਾਨਾਂ ਦਾ ਕਬਜ਼ਾ ਰਿਹਾ। 1 ਜੂਨ 1967 ਤੋਂ 6 ਜੂਨ ਤੱਕ ਯਹੂਦੀਆਂ ਨੇ ਲਹੂ ਵਿਟਵੀ ਜੰਗ ਲੜ ਕੇ ਕੰਧ ਆਜ਼ਾਦ ਕਰਾ ਲਈ। 7 ਜੂਨ ਨੂੰ ਬਿਜਲੀ ਵਾਂਗ ਖਬਰ ਫੈਲੀ ਕਿ ਦੀਵਾਰ ਆਜ਼ਾਦ ਹੈ, ਆਓ ਦੇਖੋ। ਗੋਲਡਾ ਗਈ ਲਿਖਦੀ ਹੈ, ਅਰਦਾਸ ਵਾਲੀ ਚਾਦਰ ਮੋਢਿਆਂ ਉੱਪਰ ਲਪੇਟੀ ਉਹ ਯਹੂਦੀ ਕਮਾਂਡੋ ਜਿਨ੍ਹਾਂ ਨੇ ਜੰਗ ਜਿੱਤੀ ਹੈ, ਕੰਧ ਨੂੰ ਜੱਫੀ ਪਾਈ ਚਿਪਕੇ ਨੇ ਖਲੋਤੇ ਸਨ ਜਿਵੇਂ ਕੰਧ ਦੇ ਵਿੱਚ ਜੜੇ ਪੱਥਰ ਹੋਣ। ਕੰਧ ਅਤੇ ਸਿਪਾਹੀ ਇੱਕ ਹੋ ਗਏ। ਅਜੇ ਕੱਲ੍ਹ ਤੱਕ ਇਹਨਾਂ ਦੇ ਸਾਥੀ ਇੱਕ-ਇੱਕ ਕਰਕੇ ਗੋਲੀਆਂ ਸਦਕਾਂ ਡਿੱਗਦੇ ਰਹੇ। ਹੁਣ ਬਚਿਆ ਹੋਇਆਂ ਨੂੰ ਅਰਦਾਸ ਕਰਨ ਦਾ ਇਨਾਮ ਮਿਲਿਆ। ਮੈਂ ਵੀ ਇੱਕ ਕਾਗਜ਼ ਦੇ ਟੁਕੜੇ ਦੇ ਉੱਤੇ ਸਲਾਮ ਲਿਖਿਆ ਤੇ ਕੰਧ ਦੀ ਤਰੇੜ ਦੇ ਵਿੱਚ ਰੱਖ ਦਿੱਤਾ। ਇੱਕ ਸਿਪਾਹੀ ਮੇਰੇ ਮੋਢੇ 'ਤੇ ਸਿਰ ਰੱਖ ਕੇ ਰੋ ਪਿਆ। ਮੈਂ ਰੋਈ। ਮੈਂ ਉਸਨੂੰ, ਉਹ ਮੈਨੂੰ ਜਾਣਦਾ ਨਹੀਂ ਸੀ। ਸਖਤੀਆਂ ਤੋਂ ਤੰਗ ਆ ਕੇ ਲੈਫਟਿਸਟ ਯਹੂਦੀ ਵਿਚਾਰਧਾਰਾ ਦੇ ਕਾਰਨ ਰੂਸ ਵੱਲ ਰੁਖ ਕਰਦੇ। ਉਧਰ ਵਿਚਾਰਧਾਰਕ ਕਾਰਨਾਂ ਕਰਕੇ ਸਟਾਲਿਨ ਉਹਨਾਂ ਨੂੰ ਕਤਲ ਕਰਦਾ, ਤਸੀਹਾ ਕੈਂਪਾਂ ਦੇ ਵਿੱਚ ਸਾਇਬੇਰੀਆ ਭੇਜਦਾ।
ਦੰਗੇ ਵੱਧਦੇ ਗਏ। ਬਰਤਾਨੀਆ ਫਲਸਤੀਨ ਪੁੱਜਣ ਵਾਲੇ ਸ਼ਰਨਾਰਥੀਆਂ ਦਾ ਕੋਟਾ ਨਿਰੰਤਰ ਘਟਾ ਰਿਹਾ ਸੀ। 1930 ਦੇ ਵਿੱਚ ਤਾਂ ਪੂਰੀ ਪਾਬੰਦੀ ਲਾ ਦਿੱਤੀ ਗਈ। ਅਜਿਹਾ ਅਰਬਾਂ ਦੇ ਦਬਾਅ ਕਾਰਨ ਹੋ ਰਿਹਾ ਸੀ। ਗੋਲਡਾ ਖੋਤੀ ਫੈਮਿਨਿਜ਼ਮ ਦੇ ਖਿਲਾਫ ਰਹੀ, ਜੋ ਪੱਛਮ ਦੇ ਵਿੱਚ ਫੈਸ਼ਨ ਵਾਂਗ ਜਾਪਿਆ ਜਾ ਰਿਹਾ ਸੀ, ਤੇ ਉਹ ਔਰਤਾਂ ਦੇ ਹੱਕਾਂ ਦੇ ਲਈ ਲੜਦੀ ਸੀ। ਪਰ ਫੈਮਿਨਿਜ਼ਮ ਦਾ ਢੋਂਗ ਨਹੀਂ ਰਚਿਆ। ਇੱਕ ਵਾਰ ਬਿਨ ਗੋਰਿਓਂ ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਕਰਦਿਆਂ ਆਖ ਦਿੱਤਾ ਸੀ ਕਿ ਉਸਦੀ ਕੈਬਨਿਟ ਦੇ ਵਿੱਚ ਸਿਰਫ ਗੋਲਡਾ ਮਰਦ ਹੈ। ਉਸਨੇ ਜਿਹੜਾ ਹੱਸਦਿਆਂ ਕਿਹਾ, ਜੇ ਮੈਂ ਕਦੀ ਤੁਹਾਨੂੰ ਸ਼ਾਬਾਸ਼ ਦਿੰਦਿਆਂ ਕਹਿ ਦਿਆਂ ਕਿ ਸਾਰੇ ਮਰਦਾਂ ਦੇ ਵਿੱਚ ਕੇਵਲ ਬਿਨ ਗੋਰਿਓਂ ਔਰਤ ਹੈ ਤਾਂ ਕਿ ਤੁਸੀਂ ਖੁਸ਼ ਹੋਵੋਗੇ। ਗੋਲਡਾ ਨੂੰ ਇਸ ਗੱਲ ਦਾ ਅਫਸੋਸ ਰਿਹਾ ਕਿ ਉਹ ਆਪਣੇ ਨਿੱਕੇ ਪੁੱਤ ਤੇ ਧੀ ਨੂੰ ਉਹਨਾਂ ਸਮਾਂ ਨਹੀਂ ਦੇ ਸਕੀ ਜਿੰਨੇ ਤੇ ਉਹਨਾਂ ਦਾ ਹੱਕ ਸੀ। ਪੜ੍ਹਨ ਦੇ ਵਿੱਚ, ਸੰਗੀਤ ਦੇ ਵਿੱਚ ਉਹ ਨਿਪੁੰਨ ਹੋਏ। ਸ਼ਾਨਦਾਰ ਇਨਸਾਨ ਤੇ ਪਿਆਰੇ ਮਾਪੇ ਬਣੇ। ਤਾਂ ਵੀ ਜਦੋਂ ਬੱਚੇ ਸਕੂਲੋਂ ਪੜ੍ਹ ਕੇ ਘਰ ਆਉਣ, ਉਹਨਾਂ ਨੂੰ ਘਰ ਦੇ ਵਿੱਚ ਮਾਂ ਮਿਲਣੀ ਚਾਹੀਦੀ ਹੈ। ਬਹੁਤ ਤਿੱਖੇ ਦਿਮਾਗ ਦਾ ਨੇਤਾ ਸਜ਼ਰ ਹਰੇਕ ਦੀ ਲਿਖਤ ਦੇ ਵਿੱਚ ਗਲਤੀਆਂ ਕੱਢਦਾ ਰਹਿੰਦਾ। ਕਿਸੇ ਨੇ ਟਿੱਪਣੀ ਦਿੱਤੀ, ਇਹ ਆਪ ਕੁਝ ਨਹੀਂ ਲਿਖਦਾ, ਅਧਿਆਪਕ ਹੋਣਾ ਹੈ। ਉਹ ਕਦੀ ਅਧਿਆਪਕ ਨਹੀਂ ਰਿਹਾ। ਜਦੋਂ ਇਜ਼ਰਾਈਲ ਦੀ ਪਹਿਲੀ ਸਰਕਾਰ ਬਣੀ, ਉਸ ਨੂੰ ਸਿੱਖਿਆ ਮੰਤਰੀ ਲਿਆ ਗਿਆ। ਦਫ਼ਤਰ ਦਾ ਇੱਕ ਕਮਰਾ, ਇੱਕ ਸੈਕਟਰੀ, ਇੱਕ ਮੇਜ਼, 4 ਕੁਰਸੀਆਂ। ਪਹਿਲੇ ਦਿਨ ਸਕੱਤਰ ਨੂੰ ਜਿਹੜੀ ਡਿਕਟੇਸ਼ਨ ਦਿੱਤੀ, ਉਹ ਸੀ 4 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਆਲੀਸ਼ਾਨ ਸਕੂਲਾਂ ਦੇ ਵਿੱਚ ਮੁਫਤ ਪੜ੍ਹਨਗੇ। ਟਾਈਪਰਾਈਟਰ ਨਹੀਂ ਸੀ। ਸਕੱਤਰ ਨੇ ਹੱਥ ਦੇ ਨਾਲ ਆਰਡਰ ਲਿਖਿਆ ਤੇ ਕਿਹਾ, ਸਰ, ਇੱਕ ਦਿਨ ਹੋਇਆ ਸਰਕਾਰ ਬਣਿਆ, ਪੈਸੇ ਤਾਂ ਹਨ ਨਹੀਂ, ਇਸ ਬਾਰੇ ਹੋਰ ਸੋਚਣਾ ਚਾਹੀਦਾ ਹੈ। ਮੰਤਰੀ ਨੇ ਕਿਹਾ, ਇਹ ਵਾਕ ਸਜ਼ਰ ਦਾ ਹੈ, ਕਿਵੇਂ ਪੂਰਾ ਚੜ੍ਹੇਗਾ? ਸਜ਼ਰ ਜ਼ਿੰਮੇਵਾਰ ਹੈ। ਵਾਅਦਾ ਵਫਾ ਹੋਇਆ। ਨਵਾਂ ਐਜੂਕੇਸ਼ਨ ਐਕਟ ਬਣਿਆ। ਬਾਅਦ ਦੇ ਵਿੱਚ ਜਦੋਂ ਗੋਲਡਾ ਵਜ਼ੀਰ ਬਣੀ, ਉਦੋਂ ਉਹ ਰਾਸ਼ਟਰਪਤੀ ਲੱਗਿਆ। ਉਸਨੂੰ ਰਾਸ਼ਟਰਪਤੀ ਉੱਪਰ ਲੱਗੀਆਂ ਪਾਬੰਦੀਆਂ ਪਸੰਦ ਨਹੀਂ ਸਨ। ਅਕਸਰ ਕਿਹਾ ਕਰਦਾ, ਇਸ ਦੇ ਨਾਲੋਂ ਤਾਂ ਮੈਂ ਆਪਣੇ ਘਰ ਠੀਕ ਸਾਂ। ਗੋਲਡਾ ਦੇ ਨਾਲ ਉਸਦੀ ਡੂੰਘੀ ਦੋਸਤੀ ਸਾਰੀ ਉਮਰ ਨਿਭੀ। ਦੂਜਾ ਬੰਦਾ ਸੀ ਸਾਦਾ, ਸਿੱਧੇ ਫੈਸਲੇ ਲੈਣ ਵਾਲਾ, ਅਕਾਊਂਟ ਸਿਧਾਂਤਾਂ ਤੋਂ ਪਰੇ। ਉਹ ਸੀ ਇਸ਼ਕੋਲ। ਬਿਨਾਂ ਵਿਚਾਰ ਵਟਾਂਦਰੇ ਦੇ ਉਸਨੂੰ ਪਤਾ ਹੁੰਦਾ ਕਿੱਥੇ ਕੀ ਕਰਨਾ ਹੈ। ਬਿਨ ਗੁਰਿਓ ਨੇ ਵਿੱਤ ਮੰਤਰੀ ਲਿਆ। ਗੋਲਡਾ ਮੁੜ ਵਸਾਊ ਤੇ ਲੇਬਰ ਮਹਿਕਮੇ ਦੀ ਵਜ਼ੀਰ ਸੀ। ਇੱਕ ਦਿਨ ਇਸ਼ਕੋਲ ਬਿਨਾਂ ਦੱਸੇ ਪੁੱਛੇ ਗੋਲਡਾ ਦੇ ਦਫ਼ਤਰ ਦੇ ਵਿੱਚ ਆ ਧਮਕਿਆ ਤੇ ਕਿਹਾ, ਤੁਹਾਨੂੰ ਪਤਾ ਹੈ 7 ਲੱਖ ਰਿਫਿਊਜੀ ਤੰਬੂਆਂ ਦੇ ਵਿੱਚ ਇੱਕੋ ਥਾਂ ਬੈਠੇ ਨੇ। ਉਹਨਾਂ ਨੂੰ ਹੁਣੇ ਕੱਢ ਤੇ ਇਜ਼ਰਾਈਲ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਵਸਾ। ਉਹ ਬੋਲੀ, ਕੋਈ ਕਰਾਮਾਤ ਹੈ ਮੇਰੇ ਕੋਲ? ਇਸ਼ਕੋਲ ਨੇ ਕਿਹਾ, ਆਹ ਨਕਸ਼ੇ ਦੇ ਉੱਤੇ 400 ਨਿਸ਼ਾਨ ਨੇ, ਇਹਨਾਂ ਦੇ 400 ਪਿੰਡ ਵਸਾ। ਪਿੰਡ ਤੰਬੂਆਂ ਦੇ ਹੋਣਗੇ, ਜਦੋਂ ਪੈਸੇ ਹੋਏ ਘਰ ਉਸਾਰ ਲਾਂਗੇ। ਗੋਲਡਾ ਚੀਕੀ, ਬਿਨਾਂ ਘਰਾਂ ਦੇ ਉਜਾੜਦਿਆਂ? ਇਸ਼ਕੋਲ ਨੇ ਕਿਹਾ, ਘਰ ਦੁੱਧ ਦਿੰਦਾ ਹੈ, ਗਾਂ ਦੁੱਧ ਦਿੰਦੀ ਹੈ। ਮੈਂ 7 ਲੱਖ ਗਾਵਾਂ ਦਾ ਬੰਦੋਬਸਤ ਕਰਾਂਗਾ। ਹੁਣ ਵੀ ਤਾਂ ਤੰਬੂਆਂ ਦੇ ਵਿੱਚ ਬੈਠੇ ਨੇ, ਹੁਣ ਇਹ ਵਿਹਲੇ ਖਾਂਦੇ ਨੇ, ਪਿੰਡਾਂ ਦੇ ਵਿੱਚ ਕੰਮ ਕਰਕੇ ਖਾਣਗੇ। ਜਿਹੜਾ ਖਾਣ ਪੀਣ ਦਾ ਖਰਚਾ ਹੁਣ ਵਿਹਲਣਾ 'ਤੇ ਹੋ ਰਿਹਾ ਹੈ, ਇਸ ਦੇ ਨਾਲ ਘਰ ਬਣ ਜਾਣਗੇ। ਕਰਾਮਾਤ ਹੋ ਗਈ ਹੈ ਨਾ। ਜਿਸਨੇ ਗੋਲਡਾ ਦੇ ਉੱਪਰ ਅਸਰ ਪਾਇਆ ਸੀ। ਦੂਜਾ ਬੰਦਾ ਸੀ ਬਰਲ। ਛੋਟਾ ਕੱਦ, ਵੱਟੋ ਵੱਟ ਪੈਂਟ ਕਮੀਜ਼, ਉਲਝੇ ਵਾਲ, ਇੱਕਦਮ ਸਿੱਧਾ ਸਾਦਾ। 2 ਕਮਰਿਆਂ ਦਾ ਤਲ ਅਵੀਵ ਦੇ ਵਿੱਚ ਘਰ। ਮਾਨ ਸਨਮਾਨ, ਪ੍ਰਸਿੱਧੀ, ਤਾਕਤ ਦੀ ਇੱਛਾ ਤੋਂ ਮੁਕਤ। ਉਸਨੇ ਕੋਈ ਰੁਤਬਾ ਨਹੀਂ ਲਿਆ। ਦੇਸ਼ ਦਾ ਕੋਈ ਵੱਡਾ ਫੈਸਲਾ ਉਸਨੂੰ ਪੁੱਛਣ ਤੋਂ ਬਗੈਰ ਸਿਰੇ ਨਹੀਂ ਲੱਗਿਆ। ਜਦੋਂ ਉਸਦੇ ਕੋਲੋਂ ਉੱਠ ਕੇ ਕੋਈ ਜਾਣ ਲੱਗਦਾ ਤਾਂ ਆਖ ਦਿੰਦਾ, ਹਾਲੇ ਬੈਠ। ਹਿੰਮਤ ਨਹੀਂ ਸੀ ਕਿ ਹੁਕਮ ਨਾ ਮੰਨੇ। ਜਦੋਂ ਵਿਚਾਰ ਵਟਾਂਦਰੇ ਪਿੱਛੋਂ ਸਭ ਕੁਝ ਤੈਅ ਹੋ ਜਾਂਦਾ, ਮੰਤਰੀ ਤੇ ਪ੍ਰਧਾਨ ਮੰਤਰੀ ਆਖਦੇ, ਭਾਈ ਬਰਲ ਨੂੰ ਤਾਂ ਪੁੱਛ ਲਓ। ਉਸਦੇ ਹੋਠਾਂ ਦੀ ਮੁਸਕਾਨ ਅੱਖਾਂ ਵਿਚਲੀ ਉਦਾਸੀ ਦਿਸਣ ਨਾ ਦਿੰਦੀ। ਚੁਟਕੀ ਦੇ ਵਿੱਚ ਠੋਡੀ ਫੜੀ ਫੈਸਲਾ ਸੁਣਾ ਦਿੰਦਾ। 1944 ਦੇ ਵਿੱਚ ਮੌਤ ਹੋਈ ਉਹਦੀ। ਆਜ਼ਾਦ ਇਜ਼ਰਾਈਲ ਨਾ ਦੇਖ ਸਕਿਆ ਉਹ।
ਆਜ਼ਾਦੀ ਤੱਕ ਜਿਉਂਦਾ ਰਹਿੰਦਾ ਤਾਂ ਉਸਨੇ ਮੰਤਰੀ ਦਾ ਹਲਫ ਨਹੀਂ ਲੈਣਾ ਸੀ। ਦਿਖਾਵੇ ਦੀ ਸਾਦਗੀ ਨਹੀਂ, ਸਵਾਲ ਸੁਣ ਕੇ ਨੀਵੀਂ ਪਾ ਲੈਂਦਾ, ਜਿਵੇਂ ਧਰਤੀ ਖੋਦ ਕੇ ਸੱਚ ਲੱਭਣ ਲੱਗਿਆ ਹੋਵੇ। ਜਦੋਂ ਪਾਰਟੀ ਕਾਨਫਰੰਸ ਦੇ ਵਿੱਚ ਵੱਡੇ ਬੰਦੇ ਅਹਿਮ ਤਕਰੀਰਾਂ ਕਰਦੇ, ਉਹ ਵਰਾਂਡੇ ਦੇ ਵਿੱਚ ਮਾਮੂਲੀ ਬੰਦਿਆਂ ਦੇ ਨਾਲ ਖਾਸ ਗੱਲਾਂ ਕਰਦਾ ਹੁੰਦਾ। ਜਦੋਂ ਉਸ ਦਾ ਨਾਮ ਲਿਆ ਜਾਂਦਾ ਤਾਂ ਸਟੇਜ ਦੇ ਉੱਤੇ ਆਉਂਦਾ, ਵਿਧੀਵਤ ਭਾਸ਼ਣ ਨਾ ਕਰਦਾ, ਕੁਝ ਗੱਲਾਂ ਕਰਦਾ ਜਿਵੇਂ ਪਿਤਾ ਆਪਣੇ ਘਰ ਬੱਚਿਆਂ ਦੇ ਨਾਲ ਗੱਲਾਂ ਕਰੇ। ਲੋਕ ਇੱਕ ਦੂਜੇ ਦੇ ਕੰਨਾਂ ਦੇ ਵਿੱਚ ਆਖਦੇ, ਓਏ ਬਰਲ ਦੀ ਵਾਰੀ ਆ ਗਈ। ਵਾਹੋ ਤਾਹੀ ਭੀੜ ਬਾਹਰੋਂ ਅੰਦਰ ਵੱਲ ਸਰਕਦੀ, ਪੂਰੀ ਖਾਮੋਸ਼ੀ ਛਾ ਜਾਂਦੀ। ਪਿਆਸੇ ਲੋਕ ਇੱਕ ਇੱਕ ਲਫ਼ਜ਼ ਪੀਣ ਲੱਗਦੇ, ਕਦੀ ਕਦੀ ਤਾਂ 2-3 ਘੰਟਿਆਂ ਤੱਕ ਗੱਲਾਂ ਕਰਦਾ, ਵਿੱਚ ਵਿੱਚ ਪਾਣੀ ਦੀ ਘੁੱਟ ਪੀਂਦਾ, ਉਲਝਣਾਂ ਨੂੰ ਆਰਾਮ ਦੇ ਨਾਲ ਇਉਂ ਕੱਟੀ ਜਾਂਦਾ ਜਿਵੇਂ ਆਰੀ ਹੀਰਾ ਕੱਟਦੀ ਹੋਵੇ। ਅਖਬਾਰ ਨਵੀਸ ਸਾਵਧਾਨ ਰਹਿੰਦੇ, ਕਿਤੇ ਨੋਟਬੁੱਕ ਦਾ ਵਰਕਾ ਪਲਟਣ ਵੇਲੇ ਖੜਾਕ ਨਾ ਹੋ ਜਾਵੇ। ਕਿਹਾ ਕਰਦਾ, ਕਲਾਸ ਸਟਰਗਲ ਉੱਥੇ ਹੁੰਦੀ ਹੈ ਜਿੱਥੇ ਕਲਾਸਾਂ ਹੋਣ। ਅਸੀਂ ਤਾਂ ਉਜੜੇ ਪੁਜੜੇ ਖਾਕਸਾਰ ਯਹੂਦੀਆਂ, ਰਫਿਊਜੀਆਂ ਦਾ ਕਿਹੜਾ ਵਰਗ ਸੰਘਰਸ਼। ਸਾਨੂੰ ਤਾਰ ਉੱਪਰ ਲਟਕਦਾ ਧਰਤੀ ਦਾ ਇੱਕ ਨਕਸ਼ਾ ਮਿਲਿਆ। ਦੇਖਾਂਗੇ ਕਿੱਥੇ ਕਿੱਥੇ ਲਾਲੀ, ਕਿੱਥੇ ਕਿੱਥੇ ਹਰਿਆਲੀ ਹੋਏਗੀ। ਅਸੀਂ ਪੁਰਾਣੇ ਰਿਫਿਊਜੀ ਹਾਂ, ਨਵੇਂ ਰਿਫਿਊਜੀ ਸਾਡੀ ਅਗਵਾਈ ਕਰਨ। ਇਹ ਉਹ ਬੰਦਾ ਸੀ ਜਿਸਨੇ ਫਲਸਤੀਨ ਦੇ ਬਾਸ਼ਿੰਦੇ ਯਹੂਦੀਆਂ ਨੂੰ ਕਿਹਾ ਸੀ, ਉਡੀਕ ਕਿਸ ਗੱਲ ਦੀ, ਅੰਗਰੇਜ਼ਾਂ ਦੇ ਨਾਲ ਰਲ ਕੇ ਨਾਜ਼ੀਆਂ ਨੂੰ ਮਾਰੋ, ਨਹੀਂ ਤਾਂ ਬੀਜ ਨਾਸ ਹੋਵੇਗਾ। ਉਹ ਕਦੀ ਸਕੂਲ ਨਹੀਂ ਸੀ ਗਿਆ, ਪਰ ਇੰਜੀਲ ਹੀਬਰੂ ਦੇ ਵਿੱਚ ਪੜ੍ਹਦਾ ਸੀ। ਪੁਸ਼ਕਿਨ ਅਤੇ ਗੋਰਕੀ ਰਸ਼ੀਅਨ ਦੇ ਵਿੱਚ, ਮੰਡੀਲ ਮੋਸ਼ਰ ਯਿੱਦਿਸ਼ ਦੇ ਵਿੱਚ, ਗੇਟੇ ਤੇ ਹੀਨ ਜਰਮਨ ਜ਼ਬਾਨ ਦੇ ਵਿੱਚ ਪੜ੍ਹਦਾ। 13 ਸਾਲ ਦੀ ਉਮਰ ਸੀ ਜਦੋਂ ਪਿਤਾ ਦੀ ਮੌਤ ਹੋਈ। ਇਸ ਉਮਰ ਬੱਚਿਆਂ ਨੂੰ ਟਿਊਸ਼ਨ 'ਤੇ ਪੜ੍ਹਾ ਕੇ ਪਰਿਵਾਰ ਨੂੰ ਰੋਟੀ ਖਵਾਉਂਦਾ। ਜਮਾਂਦਰੂ ਅਧਿਆਪਕ ਕਿਹਾ ਕਰਦਾ, ਗੁਰਿਓ ਮੈਥੋਂ ਸਿਆਣੇ ਫਟਾਫਟ ਫੈਸਲਾ ਸੁਣਾ ਦਿੰਦੇ, ਮੈਂ ਬੜੀ ਦੇਰ ਕਰ ਦਿੰਦਾ ਸੀ। ਜਦੋਂ ਦੇਸ਼ ਆਜ਼ਾਦ ਹੋਇਆ, ਗੁਰਿਓ ਨੇ ਜਿਹੜਾ ਸਟੇਟ ਦੀ ਰੂਪ ਰੇਖਾ ਪੜ੍ਹ ਕੇ ਸੁਣਾਈ, ਜਿਹੜੀ ਬਰਲ ਲਿਖ ਗਿਆ ਸੀ, ਉਹੀ ਪਾਲਿਸੀ ਲਾਗੂ ਹੋਈ। ਪਹਿਲੇ ਪ੍ਰਧਾਨ ਮੰਤਰੀ ਬਿਨ ਗੁਰਿਓ ਦੀ ਮੇਜ਼ ਉੱਪਰ ਬਰਲ ਦੀ ਫੋਟੋ ਹੁੰਦੀ। ਇਉਂ ਹੀ ਫੋਟੋ ਗੋਲਡਾ ਦੇ ਲਿਵਿੰਗ ਰੂਮ ਦੇ ਵਿੱਚ ਟੰਗੀ ਰਹੀ। ਗੋਲਡਾ ਦੱਸਦੀ ਹੈ ਕਿ ਉਸਦਾ ਕੋਈ ਟਾਈਮ ਟੇਬਲ ਨਹੀਂ ਸੀ। ਅੱਧੀ ਰਾਤ ਤੱਕ ਗੱਲਾਂ ਕਰਦਾ, ਘੜੀ ਨਾ ਦੇਖਦਾ। 15-20 ਜਵਾਨ ਮਿਲਣ ਆ ਜਾਂਦੇ। ਗੋਲਡਾ ਦੀ ਧੀ ਸਾਰਾ ਵੀ ਉੱਥੇ ਹੀ ਹੁੰਦੀ। ਮੱਥੇ ਤੋਂ ਹੇਠਾਂ ਵੱਲ ਝੁਕੀ ਪੁਰਾਣੀ ਟੋਪੀ ਨੂੰ ਕਦੀ ਕਦਾਈ ਠੀਕ ਕਰ ਲੈਂਦਾ। ਸਭ ਦੀਆਂ ਸੁਣਦਾ। ਕਮਿਊਨਿਜ਼ਮ ਬਾਰੇ ਗੱਲਾਂ ਕਰਦਿਆਂ ਆਖਦਾ, ਆਪਾਂ ਸਾਰੇ ਕਮਿਊਨਿਸਟ ਹਾਂ, ਰੂਸੀ ਬੋਲਸ਼ਵਿਕ ਚੰਗੇ ਨਹੀਂ। ਵਧੀਆ ਯਹੂਦੀ ਕਮਿਊਨ ਬਣਾਉਣ, ਆਪਣਾ ਨਿਤਨੇਮ ਆਪਣਾ ਅਤੇ ਖਾਣਾ ਵਡੇਰਿਆਂ ਦੇ ਦੱਸੇ ਵਿਧਾਨ ਅਨੁਸਾਰ ਨਿਸ਼ਚਿਤ ਕਰੋ। ਕਿਸੇ ਮਸਲੇ ਦੇ ਉੱਤੇ ਉਸਨੇ ਕਿਹਾ, ਬਿਨ ਗੁਰਿਓ ਸਹੀ ਨਹੀਂ ਹੈ। ਪਾਰਟੀ ਦੀ ਬਹੁਗਿਣਤੀ ਨੇ ਗੁਰਿਓ ਦੇ ਖਿਲਾਫ ਵੋਟ ਪਾ ਦਿੱਤੀ। ਕਿਸੇ ਨੂੰ ਪਤਾ ਨਹੀਂ ਸੀ ਕਿ ਗੁਰਿਓ ਨੇ ਕੀ ਕਿਹਾ ਹੈ, ਪਤਾ ਨਹੀਂ ਬਰਲ ਦੀ ਕੀ ਦਲੀਲ ਹੈ। ਬਸ ਬਰਲ ਨੇ ਕਹਿ ਦਿੱਤਾ ਗੁਰਿਓ ਗਲਤ ਹੈ ਤਾਂ ਗੁਰਿਓ ਗਲਤ ਹੀ ਹੈ। ਗੁਰਿਓ ਨੇ ਜਦੋਂ ਖਬਰ ਸੁਣੀ ਕਿ ਬਰਲ ਨਹੀਂ ਰਿਹਾ, ਉਹ ਸਾਰੀ ਰਾਤ ਰੋਂਦਾ ਰਿਹਾ, ਰਾਤ ਭਰ ਕੰਬਦਾ ਰਿਹਾ। ਇਸੇ ਦੀ ਹਿੰਮਤ ਨਹੀਂ ਸੀ, ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਗੁਰਿਓ ਨੂੰ ਨਾਲ ਗੱਲ ਕਰੇ। ਗੁਰਿਓ ਨੇ ਆਖਰ ਖੁਦ ਇਹ ਵਾਕ ਬੋਲਿਆ, ਮੇਰਾ ਭਲਾ ਲੋਚਣ ਵਾਲਾ ਇਹੋ ਇੱਕ ਸੀ ਜਹਾਨ 'ਚ, ਬਸ ਇੱਕ। ਹੁਣ ਕੀ ਕਰਾਂਗਾ ਮੈਂ। ਜਿਨਕੇ ਹੋਠੋਂ पे हंसी पाँव में छाले होंगे, वही लोग तुझे ढूंढने वाले होंगे। ਮੋਮਿਨ ਲਿਖਦਾ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ। ਗੋਲਡਾ ਦੀ ਗੱਲ ਤੁਹਾਡੇ ਨਾਲ ਕੀਤੀ ਹੈ ਅਤੇ ਅਗਲਾ ਇਸ ਦੇ ਵਿੱਚੋਂ ਚੈਪਟਰ ਇਸੇ ਤਰ੍ਹਾਂ ਆਪਾਂ ਅੱਗੇ ਸਾਂਝਾ ਕਰਦਾ ਜਾਵਾਂਗੇ। ਅਤੇ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆਖਰ ਦੇ ਵਿੱਚ, ਜਿਹਦਾ ਆਪਾਂ ਜ਼ਿਕਰ ਕੀਤਾ ਹੈ ਗੋਲਡਾ ਦਾ। ਗੋਲਡਮੀਰ ਅਤੇ ਇੱਕ ਦੇਸ਼ ਦਾ ਜਨਮ, ਸੇ ਦਾ ਤਕਲਾ
ईरान ते ईरानी किताब हरपाल सिंह पन्नू जी की कलम ते मैं तुहाडा दोस्त भुपिंदर पारज दुआबा रेडियो दा मंच।